श्री तेग बहादुर परम किरपाला वाहिगुरु परम किरपाला। श्री गुरु गोबिंद सिंह बिसाला। तरौं तरा पर पुन पुन सीसा वाहिगुरु पुन पुन सीसा। बंदा बार बार जगदीसा। जा मैं अमृत ज्ञान है माणिक भगत बैराग। श्री गुरु ग्रंथ साहिब उदत बंदों कर अनुराग। एक अंकारा सतगुरु तेह प्रसाद। वाहिगुरु जी की फतेह। विघ्न विनाशन सोए। कहाँ बुद्ध प्रभु तुझ हमारी बरन सके महिमा जो तिहारी। हम न सकत कर सिफत तुम्हारी आप ले हो तुम कथा सुधारी। हम न सकत कर सिफत तुम्हारी आप ले हो तुम कथा सुधारी। सतनाम। श्री वाहिगुरु साहिब जी। कोई सकै पछान कर को सकह न जानी। अल्पमति आशा गुरु किम सकह बखानी। कोई सकै पछान कर को सकह न जानी। अल्पमति आशा गुरु किम सकह बखानी। वाहिगुरु जी का खालसा वाहिगुरु जी की फतेह। परम सन्मान योग जुगो जुग अटल चवर छत्र तख्त दे मालिक सतगुरु गुरु ग्रंथ साहिब सच्चे पातशाह महाराज जी दी पावन पवित्र सर्ब सुखदाता गोदी दा आनंद मान रहे। गुरु रूप खालसा जीओ आप जी अति वडभागी हो जो संध्या दे दीवान विच हाजरियां भर के साहिब जी दी अमृतमयी बाणी दा रस पीना कीर्तन तपदे हिरदियां नूं शांत करन वाला गुरु का शब्द गुरु घर दे सत्कारयोग कीर्तनियां दी रसना तो श्रवण कर रहे सी। आओ कुछ समा उस परिपूर्ण परमात्मा गुरु स्वरूप दा कुछ समा कथा दे रूप राही बखियान सिफतो सलाह कर सकीए। जिवें आप जी कल दे दीवान विच श्रवण कर रहे सी। सिखा ने आके बेनती की धन गुरु अर्जन देव पातशाह महाराज कुछ बुद्धि ते तल ते जीवन वाले कवि ਜਿਹੜੇ ਛੰਦਾਬੰਦੀ करके ते पक्की बाणी दे विच रला पाउण दा यतन कर रहे ने ते सिखां दे तन मन दे विच ਉਹ ਪੰਗਤੀਆਂ ਸਹਿਜ ਸੁਭਾਅ ਵਸ ਰਹੀਆਂ ਨੇ।
ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਇਹ ਸ਼ਬਦ ਕਹਿ ਗਏ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸੋ ਆਪ ਜੀ ਕਿਰਪਾ ਕਰੋ ਇਸ ਕੱਚੀ ਬਾਣੀ ਔਰ ਪੱਕੀ ਬਾਣੀ ਵਿੱਚ ਨਿਰਣਾ ਕਰਕੇ ਇੱਕ ਥਾਂ ਇਕੱਤਰ ਕਰ ਦਿਓ, ਤਾਂ ਕਿ ਗੁਰਮਤਿ ਦਾ ਪਾਂਧੀ ਕਦੀ ਭਟਕ ਨਾ ਸਕੇ। ਹਜੂਰ ਸੱਚੇ ਪਾਤਸ਼ਾਹ ਉਸ ਵਿਚਾਰ ਤੇ ਗੌਰ ਕਰਦੇ ਨੇ। ਇਸ ਤੋਂ ਅਗਲੇਰਾ ਇਤਿਹਾਸ ਅੱਜ ਦੇ ਦੀਵਾਨ ਵਿੱਚ ਸਰਵਣ ਕਰਾਂਗੇ, ਔਰ ਨਾਲ ਹੀ ਨਾਲ ਉਸ ਸਰਬੰਸਦਾਨੀ ਪੁੱਤਰਾਂ ਦੇ ਦਾਤੇ ਕਲਗੀਧਰ ਦਸ਼ਮੇਸ਼ ਪਿਤਾ ਹਜੂਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਾਂਗੇ। ਆਪ ਜੀ ਕਿਰਪਾ ਕਰੋ, ਆਸੀਸ ਬਖਸ਼ੋ, ਸਿਰ ਤੇ ਮਿਹਰ ਭਰਿਆ ਹੱਥ ਰੱਖੋ ਔਰ ਰਸਨਾ ਪਵਿੱਤਰ ਕਰਦਿਆਂ ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋਈ ਸਕੈ ਪਛਾਨ ਕਰ, ਕੋ ਸਕ ਹੈ ਨਾ ਜਾਣੀ। ਸਿੱਖ ਅਰਦਾਸ ਕਰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜੇ ਇਸੇ ਤਰ੍ਹਾਂ ਬਾਣੀ ਦੇ ਵਿੱਚ ਰਲਾ ਪੈਂਦਾ ਰਿਹਾ ਤੇ ਸਾਰੇ ਸਿੱਖ ਸੂਝਵਾਨ ਨਹੀਂ। ਕੁਝ ਜਗਿਆਸੂ ਉਹ ਨੇ ਜਿਹੜੇ ਨਵੇਂ ਸੱਚ ਦੀ ਭਾਲ ਵਿੱਚ ਤੁਰ ਰਹੇ ਨੇ। ਸਾਰਿਆਂ ਦੀ ਬੁੱਧ ਇਤਨੀ ਵਿਵੇਕ ਨਹੀਂ ਕਿ ਉਹ ਕੱਚੀ ਬਾਣੀ ਤੇ ਪੱਕੀ ਬਾਣੀ ਦੇ ਵਿੱਚ ਨਿਰਣਾ ਕਰਕੇ ਫੈਸਲਾ ਕਰ ਸਕਣ ਕਿ ਕਿਹੜਾ ਸ਼ਬਦ, ਕਿਹੜੀ ਆਵਾਜ਼ ਮੇਰੇ ਗੁਰੂ ਨਾਨਕ ਦੀ ਹੈ ਔਰ ਕਿਹੜੀ ਆਵਾਜ਼ ਅਨਮਤੀਆਂ ਦੀ ਹੈ। ਅਲਪਮਤੀ ਆਸ਼ਾ ਗੁਰੂ ਕਿਮ ਸਕ ਹੈ ਬਖਾਨੀ। ਨਾਲੇ ਪਾਤਸ਼ਾਹ ਛੋਟੀ ਨੀਚ ਬੁੱਧੀ ਵਾਲੇ ਲੋਕ ਜਿਹੜੇ ਛੰਦਾਬੰਦੀ ਪਹਿਲਾਂ ਸਿੱਖਦੇ ਨੇ, ਲਗਾ ਮਾਤਰਾ ਦਾ ਮਾਪ ਤੋਲ ਕਰਦਿਆਂ ਕਵਿਤਾਵਾਂ ਦੀ ਰਚਨਾ ਕਰਦੇ ਨੇ। ਇਹਨਾਂ ਦੀਆਂ ਕਵਿਤਾਵਾਂ ਗੁਰੂ ਬਾਣੀ ਦਾ ਦਰਜਾ ਕਿਵੇਂ ਪ੍ਰਾਪਤ ਕਰ ਸਕਦੀਆਂ ਨੇ? ਇਹ ਬੁੱਧੀ ਦੇ ਤਲ ਤੇ ਮੌਕੇ ਦੇ ਹਾਲਾਤ ਦੇਖ ਕੇ ਉਚਾਰਨ ਕੀਤੇ ਹੋਏ, ਜੋੜੇ ਹੋਏ ਕੁਝ ਸ਼ਬਦ ਨੇ। ਪਰ ਗੁਰੂ ਬਾਣੀ ਤਾਂ ਇਸ ਆਸ਼ੇ ਦੇ ਅਨੁਸਾਰ ਨਹੀਂ। ਉਹ ਤਾਂ ਬੋਲਾਇਆ ਬੋਲੀ ਖਸਮ ਕਾ, ਹਉ ਆਪੋ ਬੋਲ ਨਾ ਜਾਣਦਾ। ਉਹ ਤਾਂ ਧੁਰ ਦਰਗਾਹ ਹਿਰਦੇ ਚੋਂ ਨਿਕਲੇ ਹੋਏ ਬਚਨ ਹਨ। ਰਲ ਜਾਹਿ ਇਮ ਸਕਲ ਹੀ ਗੁਰਮਤਿ ਬਿਗੜਾ ਹੈ। ਤੇ ਮਹਾਰਾਜ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਗੁਰਮਤਿ ਦਾ ਰਸਤਾ ਤੇ ਵਿਗੜ ਜਾਏਗਾ ਨਾ। ਕੱਚੀ ਬਾਣੀ ਦੇ ਸ਼ਬਦ ਵਿੱਚ ਰਲ ਜਾਣਗੇ। ਕਿਉਂਕਿ ਸਾਡੀ ਤਵਾਰੀਖ ਦੱਸਦੀ ਹੈ ਕਿ ਕੀਰਤਨ ਕਰਦੇ ਸਮੇਂ ਹਰਮੰਦਰ ਸਾਹਿਬ ਦੇ ਵਿੱਚ ਉੱਥੇ ਕਿਸੇ ਰਾਗੀ ਸਿੰਘ ਨੇ ਮਿਹਰਬਾਨ ਦਾ ਸ਼ਬਦ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜ੍ਹਿਆ। ਹੁਕਮ ਕੀਤਾ, ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ। ਮੀਣੇ ਪਾਮਦੇ ਪਏ ਨੇ ਰਲਾ, ਵਿੱਚ ਰਲਾ ਨਾ ਧਰੀਏ। ਪੱਕੀ ਬਾਣੀ ਦੇ ਵਿੱਚ, ਸੱਚੀ ਧੁਰ ਕੀ ਬਾਣੀ ਦੇ ਵਿੱਚ ਰਲਾ ਪੈਂਦਾ ਪਿਆ ਹੈ। ਇਸ ਰਲੇ ਨੂੰ ਅਸੀਂ ਆਪਣੇ ਵਕਤ ਦੂਰ ਨਾ ਕੀਤਾ ਤੇ ਸਿੱਖਾਂ ਵਾਸਤੇ ਔਖਾ ਹੋ ਜਾਏਗਾ। ਕੋ ਕਿਸ ਬਿਦ ਕੋ ਕਿਸੂ ਬਿਦ ਬਾਣੀ ਉਚਰਾ ਹੈ। ਸਿੱਖ ਅਰਦਾਸਾਂ ਕਰਦੇ ਨੇ, ਪਾਤਸ਼ਾਹ ਦੇਖੋ ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ, ਆਪੋ ਆਪਣੇ ਢੰਗ ਅਨੁਸਾਰ ਇਹ ਕਵੀ ਲੋਕ ਬਾਣੀ ਨਾਲ ਈਰਖਾ ਕਰਦੇ ਆਪਣੀਆਂ ਕਵਿਤਾਵਾਂ ਰਚ ਰਹੇ ਹਨ। ਕਰਹੁ ਜਤਨ ਅਸ ਮਿਲੈ ਨਹਿ ਸੁੰਦਰ ਗੁਰਬਾਣੀ। ਮਹਾਰਾਜ ਕੋਈ ਐਸਾ ਯਤਨ ਕਰੀਏ ਵੀ ਇਹ ਰੂਹਾਨੀਅਤ ਦੇ ਬੋਲ, ਠੰਡ ਪਾਉਣ ਵਾਲੇ ਬੋਲ ਕਿਧਰੇ ਕੱਚੀ ਬਾਣੀ ਵਿੱਚ ਨਾ ਰਲ ਜਾਣ। ਆਪ ਜੀ ਕੋਈ ਐਸਾ ਉਪਰਾਲਾ ਕਰੋ ਕਿ ਇਹੋ ਜੀ ਮੋਹਰ ਲਾ ਕੇ ਦੇ ਜਾਓ, ਤਾਂ ਕਿ ਆਉਣ ਵਾਲੇ ਸਿੱਖਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸੁਣ ਇੱਕ ਸਿੱਖ ਬੋਲਿਓ ਬਾਹਰ ਦਿਓ ਸੰਸੈ ਹਾਨੀ। ਔਰ ਇੱਕ ਸਿੱਖ ਨੇ ਫਿਰ ਹੱਥ ਜੋੜੇ ਜਦੋਂ ਇਸੇ ਤਰ੍ਹਾਂ ਵਿਚਾਰਾਂ ਚੱਲ ਰਹੀਆਂ ਸਨ ਕਿ ਪਾਤਸ਼ਾਹ ਮੇਰੇ ਵੀ ਮਨ ਦਾ ਇੱਕ ਸ਼ੰਕਾ ਹੈ, ਉਹ ਵੀ ਆਪ ਜੀ ਨਿਵਰਤ ਕਰ ਦਿਓ। ਬਾਣੀ ਕੱਚੀ ਗੁਰੂ ਬਿਨਾ ਗੁਰ ਅਮਰ ਬਖਾਨੀ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਵਿੱਚ ਕਹਿ ਗਏ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
ਤੋ ਇਹ ਜਿਹੜੀ ਕੱਚੀ ਬਾਣੀ ਹੈ ਜੋ ਕਥਾ ਵਖਿਆਨ ਵੇਲੇ ਵੀ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਕਿਮ ਸਮਝੈ ਸਿੱਖ ਤਿਸੀ ਕੋ ਸੁਨ ਪਠਹਿ ਸੋ ਜਾਨੀ। ਮਹਾਰਾਜ ਇਹ ਜੋ ਬਾਣੀ ਦੇ ਪ੍ਰਮਾਣ ਕਵਿਤਾਵਾਂ ਦੇ ਹਵਾਲੇ ਦਿੱਤੇ ਜਾਂਦੇ ਨੇ, ਇਹਨਾਂ ਕੱਚੀ ਬਾਣੀ ਨੂੰ ਸਿੱਖ ਕੈਸੀ ਦ੍ਰਿਸ਼ਟੀ ਨਾਲ ਦੇਖਣ। ਤੇ ਸੱਚਾਈ ਅੱਜ ਕੱਲ ਕਈ ਵਾਰ ਬੜਾ ਵੱਡਾ ਮਸਲਾ ਖੜਾ ਹੋ ਜਾਂਦਾ ਹੈ ਵੀ ਕਿਸੇ ਪ੍ਰੇਮ ਵਾਲੇ ਵੱਲੋਂ ਲਿਖੇ ਹੋਏ ਗੁਰੂ ਦੀ ਉਪਮਾ ਵਿੱਚ ਸ਼ਬਦ ਅਸੀਂ ਸ਼ਬਦ ਸੰਗਤ ਵਿੱਚ ਪੜ੍ਹ ਸਕਨੇ ਹਾਂ ਕਿ ਨਹੀਂ ਪੜ੍ਹ ਸਕਦੇ। ਆ ਹੁਣੇ ਗੁਰੂ ਘਰ ਦੇ ਕੀਰਤਨੀ ਇੱਥੇ ਕਵਿਤਾ ਗਾ ਕੇ ਗਏ ਨੇ। ਹਾਲਾਂਕਿ ਜੋ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ, ਜੋ ਪੰਥ ਦਾ ਵਿਚਾਰ, ਉਹ ਇਹ ਹੈ ਕਿ ਕੀਰਤਨ ਕਰਦੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਭਾਈ ਗੁਰਦਾਸ ਔਰ ਭਾਈ ਨੰਦ ਲਾਲ ਜੀ ਦੀ ਬਾਣੀ ਤੋਂ ਇਲਾਵਾ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਨਹੀਂ ਹੋ ਸਕਦਾ। ਇਹ ਪੰਥ ਦਾ ਫੈਸਲਾ ਹੈ। ਕੱਚੀ ਬਾਣੀ ਦਾ ਕੀਰਤਨ ਨਹੀਂ ਹੋ ਸਕਦਾ। ਇੱਥੇ ਵੀ ਉਹੀ ਸਿੱਖ ਪੁੱਛਦੇ ਪਏ ਨੇ, ਮਹਾਰਾਜ ਫਿਰ ਜਿਹੜੇ ਪਿਆਰ ਦੇ ਨਾਲ ਤੁਹਾਡੀ ਉਪਮਾ ਵਿੱਚ ਕਵਿਤਾਵਾਂ ਲਿਖਦੇ ਨੇ, ਉਹਨਾਂ ਨੂੰ ਸਿੱਖ ਸੁਣੇ ਕਿ ਜੇ ਨਾ ਸੁਣੇ, ਉਹਦਾ ਕੀਰਤਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹਦਾ ਅੱਗੇ ਖੁੱਲ ਕੇ ਵਿਖਿਆਨ ਦੱਸਣਗੇ। ਸਿੱਖ ਗੁਰਦਾਸ ਜੇ ਆਦ ਹੈ ਜਿਨ ਗਿਰਾ ਅਪਨਾਈ। ਮਹਾਰਾਜ ਆਪ ਜੀ ਦੇ ਪ੍ਰੇਮ ਵਾਲੇ ਗੁਰੂ ਘਰ ਦੇ ਵੇਦ ਵਿਆਸ ਗੁਣੀ ਗਿਆਨੀ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬਹੁਤ ਸਾਰੀ ਬਾਣੀ ਉਚਾਰੀ ਹੈ। ਸਤਿਗੁਰ ਕੋ ਜਸ ਜਿਸ ਬਿਖੈ ਗੁਰਮਤੀ ਦ੍ਰਿੜਾਈ। ਜਿਹਦੇ ਵਿੱਚ ਉਹਨਾਂ ਨੇ ਗੁਰੂ ਦਾ ਜਸ ਬੜਾ ਦ੍ਰਿੜ ਕਰਾਇਆ, ਬੜੀ ਗੁਰੂ ਉਪਮਾ ਉਜਾਗਰ ਕੀਤੀ ਹੈ। ਔਰ ਪਿਆਰ ਹੈ, ਪਿਆਰ ਉਹਨਾਂ ਦੀ ਬਾਣੀ ਦੇ ਵਿੱਚੋਂ ਗੁਰੂ ਦੀ ਮਹਿਮਾ ਝਲਕਦੀ ਹੈ। ਪਰਮੇਸ਼ਰ ਸੰਬੰਧਨੀ ਅਰਜੇ ਅਵਤਾਰਾ। ਔਰ ਪਰਮੇਸ਼ਰ ਦੀ ਉਸਤਤ ਹੈ ਉਹਨਾਂ ਦੀ ਬਾਣੀ ਵਿੱਚ, ਔਰ ਅਵਤਾਰਾਂ ਦਾ ਵੀ ਵਿਖਿਆਨ ਆਉਂਦਾ ਹੈ। ਸੋ ਇਸ ਕਰਕੇ ਜੋ ਭਾਈ ਗੁਰਦਾਸ ਦੀਆਂ ਇਹ ਜੋ ਵਾਰਾਂ ਹਨ, ਜੋ ਉਹਨਾਂ ਦੀ ਬਾਣੀ ਜਾਂ ਕਵਿਤ ਹਨ, ਕਰੀ ਇਨਹੋ ਕੀ ਜਿਨ ਕਥਾ ਸੰਗਰਾਮ ਵਖਾਰਾ। ਮਹਾਰਾਜ ਭਾਈ ਸਾਹਿਬ ਜੀ ਨੇ ਬੜੀ ਸਿਆਣਪ ਦੇ ਨਾਲ ਛੰਦਾਂ ਦੇ ਵਿੱਚ ਪੌੜੀਆਂ ਦੇ ਰਾਹੀਂ, ਕਵਿਤਾਂ ਦੇ ਰਾਹੀਂ ਜੋ ਅਵਤਾਰਾਂ ਦਾ ਵਰਣਨ ਕੀਤਾ ਹੈ, ਜੋ ਪੁਰਾਣਿਆਂ ਸਮਿਆਂ ਵਿੱਚ ਜਿਵੇਂ ਯੁੱਧ ਹੋਏ ਨੇ, ਉਹਨਾਂ ਦਾ ਵੀ ਇਸ ਬਾਣੀ ਦੇ ਵਿੱਚ ਵਰਣਨ ਹੈ। ਪੜ੍ਹੈ ਸੁਣੈ ਸਿੱਖ ਕੈ ਨਹੀਂ ਦੀਜੈ ਉਪਦੇਸ਼ਾ। ਮਹਾਰਾਜ ਆਪ ਜੀ ਉਪਦੇਸ਼ ਦਿਓ, ਦੱਸੋ ਵੀ ਇਹ ਸਿੱਖਾਂ ਨੂੰ ਪੜ੍ਹਨਾ ਚਾਹੀਦਾ ਕਿ ਨਹੀਂ ਪੜ੍ਹਨਾ ਚਾਹੀਦਾ। ਇਹੋ ਜਿਹੀ ਬਾਣੀ ਸੁਣਨੀ ਚਾਹੀਦੀ ਏ ਜਾਂ ਨਹੀਂ ਸੁਣਨੀ ਚਾਹੀਦੀ। ਬੋਲੇ ਕਿਰਪਾ ਨਿਧਾਨ ਗੁਰ ਪਿਖ ਕਟਤ ਕਲੇਸ਼ਾ। ਸੁਣ ਕੇ ਗੁਰੂਦੇਵ ਦੇਖੋ ਕੈਸਾ ਉੱਤਰ ਦਿੰਦੇ ਨੇ। ਹਜੂਰ ਨੇ ਬਚਨ ਕੀਤਾ, ਸਮਝਾਉਣ ਲੱਗੇ ਸਿੱਖਾਂ ਨੂੰ, ਜਿਨ੍ਹਾਂ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ ਸਿੱਖਾਂ ਦੇ ਦੁੱਖ ਕੱਟਣ ਵਾਲਾ ਹੈ। ਗੁਰਬਾਣੀ ਸਰਬੋਤਮਾ ਨਿਤ ਪ੍ਰਤ ਅਭਿਆਸੈ। ਮਹਾਰਾਜ ਕਹਿੰਦੇ ਇੱਕ ਹੈ ਗੁਰੂ ਬਾਣੀ, ਇੱਕ ਹੈ ਗੁਰੂ ਦੀ ਸਿਫਤ ਵਿੱਚ ਭਿੱਜ ਕੇ ਸਿੱਖਾਂ ਵੱਲੋਂ ਉਚਾਰੇ ਹੋਏ ਸ਼ਬਦ। ਜਿਹੜਾ ਗੁਰੂ ਬਾਣੀ ਦਾ ਜਿੱਥੋਂ ਤੱਕ ਸੰਬੰਧ ਹੈ, ਉਹਦਾ ਸਿੱਖ ਨੇ ਵੱਧ ਤੋਂ ਵੱਧ ਅਭਿਆਸ ਕਰਨਾ ਹੈ। ਅਰਥ ਵਿਚਾਰੈ ਦ੍ਰਿੜੈ ਮਨ ਅਗਿਆਨਹਿ ਗ੍ਰਸੈ। ਔਰ ਜਦੋਂ ਕੋਈ ਉਸ ਬਾਣੀ ਨੂੰ ਪੜ੍ਹ ਕੇ ਵਿਚਾਰੇਗਾ, ਉਹਦੇ ਅਰਥਾਂ ਨੂੰ ਦ੍ਰਿੜ ਕਰੇਗਾ, ਤੇ ਜੋ ਅਗਿਆਨ ਦੇ ਵਸ ਹੋ ਕੇ ਜੀਵ ਗਲਤੀਆਂ ਕਰਦਾ ਹੈ, ਇਸ ਅਗਿਆਨ ਤੋਂ ਛੁਟਕਾਰਾ ਪਾ ਲਵੇਗਾ। ਅੰਮ੍ਰਿਤ ਵੇਲਾ ਉਠ ਪਠ ਹੈ ਕਰ ਕੰਠ ਕਨੇਰੇ। ਸਿੱਖ ਨੂੰ ਇਹ ਗੁਰੂ ਦਾ ਹੁਕਮ ਹੈ, ਅੰਮ੍ਰਿਤ ਵੇਲੇ ਪ੍ਰਭਾਤੇ ਉੱਠ ਕੇ ਇਸ਼ਨਾਨ ਕਰੇ। ਔਰ ਗੁਰੂ ਬਾਣੀ ਨੂੰ ਪੜ੍ਹ ਕੇ ਤੇ ਹਜੂਰ ਨੇ ਬਕਾਇਦਾ ਕਿਹਾ ਉਹਨੂੰ ਕੰਠ ਕਰਨੀ ਚਾਹੀਦੀ ਹੈ। ਘੱਟ ਤੋਂ ਘੱਟ 10 ਸ਼ਬਦ ਵਰਤੇ। ਸਿੱਖ ਨੂੰ ਜ਼ਿੰਦਗੀ ਭਰ ਵਿੱਚ ਜੇ ਨਿਤਨੇਮੀ ਨਾ ਕੰਠ ਹੋਵੇ, ਇਸ ਤੋਂ ਮਾੜੇ ਭਾਗਾਂ ਦੀ ਨਿਸ਼ਾਨੀ ਹੋਰ ਕੀ ਹੈ। ਘੱਟ ਤੋਂ ਘੱਟ ਸਾਨੂੰ 2 ਵਕਤ ਦਾ ਨਿਤਨੇਮ ਜ਼ਰੂਰ ਕੰਠ ਹੋਣਾ ਚਾਹੀਦਾ ਹੈ।
ਵੱਧ ਤੋਂ ਵੱਧ ਕੋਈ ਜਿੰਨਾ ਮਰਜੀ ਬਾਣੀ ਨੂੰ ਕੰਠ ਕਰੇ। ਮਹਾ ਮਹਾਤਮ ਪ੍ਰਾਪਤੀ ਮਨ ਪ੍ਰੇਮ ਵਡੇਰੇ। ਮਹਾਰਾਜ ਕਹਿੰਦੇ ਜੇ ਕੋਈ ਇਸ ਤਰ੍ਹਾਂ ਬਾਣੀ ਦਾ ਅਭਿਆਸ ਕਰੇਗਾ, ਅੰਮ੍ਰਿਤ ਵੇਲੇ ਉੱਠ ਕੇ ਨਿਤ ਨੇਮ ਕਰਕੇ ਉਸ ਤੋਂ ਬਾਅਦ ਆ ਬਾਣੀ ਦੇ ਸ਼ਬਦਾਂ ਨੂੰ ਕੰਠ ਕਰਨਾ, ਇਸ ਮਹਾਤਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਉਹ ਅੰਦਰ ਪਰਮੇਸ਼ਰ ਦੇ ਪਿਆਰ ਦੇ ਨਾਲ ਭਰ ਜਾਏਗਾ। ਬਾਣੀ ਅਪਰ ਕਵੀ ਨਾ ਕੀ ਮਧਿਅਮ ਸੋ ਜਾਨੋ। ਮਹਾਰਾਜ ਕਹਿੰਦੇ ਜਿਹੜਾ ਤੁਹਾਡਾ ਦੂਸਰਾ ਸਵਾਲ ਹੈ ਵੀ ਜੋ ਅਨਮਤੀਆਂ ਦੀ ਬਾਣੀ ਹੈ ਉਹਦੇ ਬਾਰੇ ਪਾਤਸ਼ਾਹ ਕਹਿਣ ਲੱਗੇ, ਦੇਖੋ ਜਿਹੜੀਆਂ ਕਵੀਆਂ ਦੀਆਂ ਉਚਾਰੀਆਂ ਹੋਈਆਂ ਕਵਿਤਾਵਾਂ ਨੇ ਉਹ ਹੈ ਮਾਧਿਅਮ, ਬਾਣੀ ਨੂੰ ਖੋਲਣਾ, ਬਾਣੀ ਦਾ ਵਿਸਥਾਰ ਕਰਨਾ। ਇੱਕ ਮਾਧਿਅਮ ਦੇ ਰਾਹੀਂ ਜੋ ਗੁਰੂ ਆਸ਼ੇ ਦੇ ਅਨੁਕੂਲ ਨੇ ਕਵੀਆਂ ਦੇ ਸ਼ਬਦ, ਕਥਾ ਪ੍ਰਮਾਣ ਦੇ ਰਾਹੀਂ ਤੁਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹੋ। ਅਵਤਾਰਨ ਪ੍ਰਭ ਕੋ ਕਥਨ ਗੁਣ ਆਦਿਕ ਗਿਆਨੋ। ਔਰ ਜਿਹਦੇ ਵਿੱਚ ਪ੍ਰਭੂ ਔਰ ਅਵਤਾਰਾਂ ਦੇ ਗੁਣਾਂ ਨੂੰ ਬਿਆਨ ਕੀਤਾ। ਹਾਲਾਂਕਿ ਜਦੋਂ ਅਵਤਾਰਾਂ ਦੇ ਬਾਰੇ ਪੜ੍ਹੀਏ ਬਹੁਤ ਐਸੀਆਂ ਘਟਨਾਵਾਂ ਸਾਖੀਆਂ ਆਉਂਦੀਆਂ ਨੇ ਜਿਨ੍ਹਾਂ ਦਾ ਤੁਸੀਂ ਸੰਗਤ ਦੇ ਵਿੱਚ ਵਿਖਿਆਨ ਨਹੀਂ ਕਰ ਸਕਦੇ, ਪਰ ਪਾਤਸ਼ਾਹ ਨੇ ਦੇਖੋ ਕਿੱਡੀ ਸੋਹਣੀ ਗੱਲ ਕਹੀ ਵੀ ਤੁਸੀਂ ਔਗਣ ਨਹੀਂ ਲੱਭਣਾ ਕਿਸੇ ਦੇ ਵਿੱਚੋਂ। ਜੇ ਕਿਸੇ ਦੂਸਰੇ ਮਤੀਏ ਦੀ ਤੁਹਾਨੂੰ ਕੋਈ ਗ੍ਰੰਥ ਪੜ੍ਹਨ ਵਾਸਤੇ ਮਿਲ ਜਾਏ, ਉਹਦੇ ਵਿੱਚ ਜਿਹੜੇ ਪਰਮੇਸ਼ਰ ਦੇ ਗੁਣ ਬਿਆਨ ਕੀਤੇ ਨੇ ਜਾਂ ਅਵਤਾਰਾਂ ਦੇ ਗੁਣ ਬਿਆਨ ਕੀਤੇ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ 24 ਅਵਤਾਰ ਦੇ ਵਿੱਚ ਰਾਮ ਔਰ ਕ੍ਰਿਸ਼ਨ ਜੀ ਦੇ ਯੁੱਧ ਭੂਮੀ ਵਿੱਚ ਦਿਖਾਏ ਹੋਏ ਕਰਤਵਾਂ ਨੂੰ ਬਿਆਨ ਕਰਦੇ ਨੇ। ਖਾਲਸੇ ਨੂੰ ਉਤਸ਼ਾਹਿਤ ਕਰਨ ਵਾਸਤੇ, ਯੁੱਧ ਭੂਮੀ ਵਾਸਤੇ ਤਿਆਰ ਕਰਨ ਵਾਸਤੇ ਮਹਾਰਾਜ ਨੇ ਬੜੇ ਸੋਹਣੇ ਸੋਹਣੇ ਦ੍ਰਿਸ਼ ਆਪਣੀ ਬਾਣੀ ਦੇ ਰਾਹੀਂ ਉਜਾਗਰ ਕੀਤੇ ਹਨ। ਗੁਰਬਾਣੀ ਸੋ ਮਤ ਮਿਲ ਹੈ ਕਹਿ ਜਸ ਗੁਰ ਕੇਰਾ। ਮਹਾਰਾਜ ਕਹਿੰਦੇ ਉਹਨਾਂ ਕਵਿਤਾਵਾਂ ਜਿਹੜੀਆਂ ਕਵੀਆਂ ਨੇ ਉਚਾਰਨ ਕੀਤੀਆਂ ਨੇ, ਜਿਹੜੀਆਂ ਗੁਰਮਤ ਆਸ਼ੇ ਦੇ ਅਨੁਸਾਰ ਨੇ, ਜਿਨ੍ਹਾਂ ਦੇ ਅੰਦਰ ਗੁਰੂ ਉਪਮਾ ਨੂੰ ਉਜਾਗਰ ਕੀਤਾ ਗਿਆ ਹੈ, ਸਿੱਖ ਨਿਰਸੰਦੇਹ ਉਹਨਾਂ ਨੂੰ ਸੁਣ ਵੀ ਸਕਦਾ ਹੈ, ਉਹਨਾਂ ਨੂੰ ਯਾਦ ਵੀ ਕਰ ਸਕਦਾ ਹੈ। ਪਠ ਹੈ ਸੁਨ ਹੈ ਸੋ ਪੀ ਸੁਖਦ ਸਿਮਰਹਿ ਸਭ ਬੇਰਾ। ਉਹ ਵੀ ਸੁਖਦਾਈ ਹੋ ਸਕਦੀਆਂ ਨੇ ਜੇ ਸਿੱਖ ਉਹਨਾਂ ਨੂੰ ਪੜ੍ਹ ਕੇ ਸੁਖੈਨ ਢੰਗ ਨਾਲ ਯਾਦ ਕਰ ਸਕਣ। ਉਨ ਸ਼ਬਦ ਵੀ ਗੁਰੂ ਆਸ਼ੇ ਮੁਤਾਬਕ ਹੋਣ ਤੇ ਸਿੱਖ ਦੇ ਜੀਵਨ ਦਾ ਭਲਾ ਕਰਨਗੇ। ਇਹੀ ਕਾਰਨ ਬੇਸ਼ੱਕ ਅੱਜ ਸਾਡੇ ਵਿੱਚ ਇਹ ਰੁੱਖਾਪਨ ਵੱਧ ਗਿਆ ਹੈ ਵੀ ਐਸੀ ਕਿਹੜੀ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਅਸੀਂ ਕੋਈ ਦੂਸਰਾ ਗ੍ਰੰਥ ਨਹੀਂ ਪੜ੍ਹਨਾ। ਇਹੀ ਗੱਲ ਦੇ ਪਿੱਛੇ ਝਗੜਾ ਪੈ ਜਾਂਦਾ ਹੈ। ਪਰ ਜਦੋਂ ਅਸੀਂ ਆਪਣਾ ਪਿਛੋਕੜ ਦੇਖਦੇ ਹਾਂ, ਉਹ ਸੰਪਰਦਾਵਾਂ ਜਿਨ੍ਹਾਂ ਦੇ ਅੰਦਰ ਗਿਆਨੀ ਤਿਆਰ ਕਰਨ ਵਾਸਤੇ ਪੁਰਾਤਨ ਸਾਰੇ ਗ੍ਰੰਥ ਪੜ੍ਹਾਏ ਜਾਂਦੇ ਸਨ, ਤਾਂ ਕਿ ਕੱਲ ਨੂੰ ਤੁਹਾਡੇ ਉੱਤੇ ਕੋਈ ਉਂਗਲ ਨਾ ਚੁੱਕ ਸਕੇ, ਤੁਹਾਨੂੰ ਦੂਸਰਿਆਂ ਦੇ ਪਿਛੋਕੜ ਦਾ ਵੀ ਪਤਾ ਹੋਵੇ। ਮਸਕੀਨ ਜੀ ਦੀ ਇਹੀ ਖਾਸੀਅਤ ਸੀ, ਉਹਨਾਂ ਨੇ ਇਸਲਾਮ ਦੀ ਗੱਲ ਵੀ ਕਰਨੀ, ਹਿੰਦੂ ਤਵ ਦੀ ਗੱਲ ਵੀ ਕਰਨੀ, ਅਖੀਰ ਤੇ ਗੁਰੂ ਨਾਨਕ ਦੀ ਬਾਣੀ ਦੀ ਮਹਿਮਾ ਬਿਆਨ ਕਰਦਿਆਂ ਦੱਸਣਾ ਵੀ ਕਿਉਂ ਸਿੱਖ ਕਹਿੰਦਾ ਹੈ ਭਾਵਨਾ ਵਾਲਾ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਉਹ ਸਾਰੇ ਗ੍ਰੰਥਾਂ ਨੂੰ ਪੜ੍ਹਨਾ, ਉਹਨਾਂ ਦਾ ਅਧਿਐਨ ਕਰਨਾ, ਉਹਨਾਂ ਵਿੱਚੋਂ ਚੰਗੀਆਂ ਗੱਲਾਂ ਲੈ ਕੇ ਗੁਰਬਾਣੀ ਦੇ ਆਛੇ ਅਨੁਸਾਰ ਫਿਰ ਕਥਾ ਵਿੱਚ ਉਹਨਾਂ ਦਾ ਉਪਯੋਗ ਕਰਨਾ। ਪਾਤਸ਼ਾਹ ਕਹਿੰਦੇ ਗੁਰੂ ਕਾ ਸਿੱਖ ਐਸਾ ਕਰ ਸਕਦਾ ਹੈ। ਬਾਣੀ ਅਪਰ ਅਨੇਕ ਹੈ ਬਹੁ ਭਾਂਤ ਕਹਾਣੀ। ਬਹੁ ਭਾਂਤ ਭਾਂਤ ਦੀ ਮਹਾਰਾਜ ਕਹਿੰਦੇ ਦੁਨੀਆ ਵਿੱਚ ਬਾਣੀ ਪਈ ਹੈ, ਵੱਖੋ ਵੱਖਰੇ ਮਤਾ ਮਤਾਂਤਰਾਂ ਦੀਆਂ, ਜਿਵੇਂ ਉਹਨਾਂ ਦੀਆਂ ਕਹਾਣੀਆਂ ਆਉਂਦੀਆਂ ਨੇ ਬਾਈਬਲ ਦੇ ਵਿੱਚ, ਉਹਨਾਂ ਵੀ ਉਹ ਕਾਵਿ ਰੂਪ ਦੇ ਵਿੱਚ ਉਲੱਥੇ ਕੀਤੇ ਨੇ, ਕਹਾਣੀਆਂ ਨੂੰ ਬਿਆਨ ਕੀਤਾ ਹੈ। ਜਿਵੇਂ ਸਿੱਖਾਂ ਨੇ ਆਪਣੇ ਇਤਿਹਾਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਕਵੀ ਰੂਪ ਦਿੱਤਾ ਹੈ, ਕਵਿਤਾ ਦੇ ਰਾਹੀਂ ਰੰਗ ਬੰਨੇ ਨੇ, ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਅਨੇਕਾਂ ਐਸੀਆਂ ਜਗਤ ਵਿੱਚ ਕਹਾਣੀਆਂ ਨੇ ਜਿਨ੍ਹਾਂ ਨੂੰ ਕਵੀਆਂ ਨੇ ਕਵਿਤਾ ਦੇ ਰੂਪ ਵਿੱਚ ਲਿਖ ਕੇ ਬਿਆਨ ਕੀਤਾ ਹੈ। ਸਤਿਗੁਰ ਮਤ ਤੇ ਬਾਹਰੀ ਗੁਣ ਅਵਗੁਣ ਸਾਣੀ। ਔਰ ਇਹ ਵੀ ਗੱਲ ਖਿਆਲ ਰੱਖਣੀ ਵੀ ਜਿਹੜੀ ਕਵਿਤਾ, ਜਿਹੜਾ ਕਿਸੇ ਕਵੀ ਦਾ ਆਸ਼ਾ ਗੁਰਮਤ ਦੇ ਅਨੁਸਾਰ ਨਹੀਂ ਹੈ,
ਉਹਦੇ ਵਿੱਚ ਭਾਵੇਂ ਗੁਣ ਭਾਵੇਂ ਔਗਣ ਕਿੱਡੇ ਖੂਬਸੂਰਤੀ ਨਾਲ ਬਿਆਨ ਕੀਤੇ ਹਨ। ਸੁਨਹੁ ਨਾ ਪਠੋ ਨਾ ਪ੍ਰੇਮ ਕਰ ਅਵਗਤੀ ਪੁਚਾਵੈ। ਉਹ ਮੇਰੇ ਸਿੱਖ ਨੇ ਐਸੀ ਕਵਿਤਾ ਨਹੀਂ ਪੜ੍ਹਨੀ, ਕੋਈ ਉਹਦੇ ਵਿੱਚੋਂ ਰਸ ਨਹੀਂ ਲੈਣਾ, ਉਹਨੂੰ ਯਾਦ ਨਹੀਂ ਕਰਨਾ, ਕਿਉਂਕਿ ਉਹ ਜ਼ਿੰਦਗੀ ਨੂੰ ਕੁਰਾਹੇ ਪਾ ਦੇਗੀ। ਜਿਸ ਦੇ ਵਿੱਚ ਗੁਰੂ ਉਪਮਾ ਨਹੀਂ, ਜਿਹਦੇ ਵਿੱਚ ਗੁਰੂ ਦਾ ਸਿਧਾਂਤ ਝਲਕ ਨਹੀਂ ਦਿਖਾਈ ਦਿੰਦੀ, ਮੇਰੇ ਸੁਖ ਨੇ ਐਸੀ ਚੰਚਲ ਬਾਣੀ ਨੂੰ ਨਾ ਸੁਣਨਾ ਤੇ ਨਾ ਹੀ ਯਾਦ ਕਰਨਾ ਹੈ। ਪਰਚਾ ਕਰਹੁ ਸੁਸ਼ੇਮ ਕੋ ਜੋ ਦੁਖ ਬਿਨਸਾਵੈ। ਸੋ ਇਸ ਕਰਕੇ ਇੱਥੇ ਪਰਚੇ ਦਾ ਅਰਥ ਹੈ ਅਭਿਆਸ ਕਰਨਾ। ਜੇ ਕੰਠ ਕਰਨ ਦਾ ਅਭਿਆਸ ਕਰਨਾ ਹੈ, ਜੇ ਅਰਥਾਂ ਦੇ ਸਮੇਤ ਕੁਝ ਯਾਦ ਕਰਨਾ ਹੈ, ਤੇ ਉਹ ਹੈ ਗੁਰੂ ਕੀ ਬਾਣੀ। ਜਦੋਂ ਗੁਰੂ ਬਾਣੀ ਦਾ ਕੋਈ ਅਭਿਆਸ ਕਰੇਗਾ, ਅਵਸ਼ ਹੀ ਉਹਦੀ ਮੁਕਤੀ ਹੋਵੇਗੀ। ਜੋ ਬਾਣੀ ਗੁਰਦਾਸ ਕੀ ਗੁਰ ਮਹਿਮਾ ਭਾਰੀ। ਸੋ ਜਿੱਥੋਂ ਤੱਕ ਭਾਈ ਗੁਰਦਾਸ ਜੀ ਦੀ ਬਾਣੀ ਦਾ ਸੰਬੰਧ ਹੈ, ਪੰਚਮ ਗੁਰਦੇਵ ਮਹਾਰਾਜ ਕਹਿੰਦੇ ਉਹਦੇ ਵਿੱਚ ਤਾਂ ਗੁਰੂ ਉਪਮਾ ਭਰੀ ਪਈ ਹੈ। ਭਾਈ ਸਾਹਿਬ ਤਾਂ ਉਸ ਵਾਹਿਗੁਰੂ ਦੀ ਯਾਦ ਵਿੱਚ ਭਿੱਜ ਕੇ ਕਬਿਤ ਔਰ ਪੌੜੀਆਂ ਦਾ ਉਚਾਰਨ ਕਰਦੇ ਹਨ। ਸਿੱਖੀ ਪ੍ਰਾਪਤ ਪਠੇ ਤੇ ਇਮ ਲਿਓ ਵਿਚਾਰੀ। ਮਹਾਰਾਜ ਕਹਿੰਦੇ ਵਿਚਾਰ ਕਰਕੇ ਦੇਖੋ ਸਿੱਖੋ, ਜਦੋਂ ਐਸੇ ਭਾਵਨਾ ਵਾਲੇ ਗੁਰੂ ਸਿੱਖ ਦੀ ਕੋਈ ਬਾਣੀ ਨੂੰ ਪੜ੍ਹੇਗਾ, ਉਹਦੇ ਅੰਦਰ ਗੁਰੂ ਦਾ ਆਸ਼ਾ ਪ੍ਰਗਟ ਹੋਏਗਾ, ਉਹਦਾ ਗੁਰੂ ਦੇ ਨਾਲ ਪਿਆਰ ਬਣੇਗਾ। ਇਮ ਕਹਿ ਲੱਗੇ ਵਿਚਾਰ ਨੇ ਜਗ ਕੀ ਕਲਿਆਣਾ। ਇਸ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਦੇ ਕੇ ਸਮਝਾ ਕੇ ਆਪ ਸਤਿਗੁਰੂ ਚੁੱਪ ਕਰਕੇ ਕੁਝ ਸਮੇਂ ਲਈ ਸੋਚਣ ਲੱਗ ਗਏ। ਵਿਖੀ ਭਵਿੱਖਤ ਬਾਰਤਾ ਹਮ ਹੋਏ 10 ਥਾਨਾ। ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰਦੇ ਨੇ ਮਨ ਦੇ ਵਿੱਚ ਵੀ ਸਵਾਲ ਸਿੱਖਾਂ ਦਾ ਬੜਾ ਜਾਇਜ਼ ਹੈ। ਸਚਾਈ ਇਹ ਹੈ ਸੱਚੀ ਬਾਣੀ ਵਿੱਚ ਕੱਚੀ ਨੂੰ ਮਿਲਾਇਆ ਜਾ ਰਿਹਾ ਹੈ, ਤੇ ਅਖੀਰ ਗੁਰੂ ਨਾਨਕ ਦੀ ਜੋਤ ਨੇ 10 ਜਾਮੇ ਹੋਰ ਵਿਚਰਨਾ ਹੈ। ਭਾਵ 5 ਜਾਮੇ ਹੋ ਚੁੱਕੇ ਨੇ, 5 ਸਰੀਰ ਅਜੇ 5 ਮਹੱਲੇ ਬਾਕੀ ਨੇ। ਫਿਰ ਸਰੀਰ ਮਹਾਰਾਜ ਨੇ ਸੰਕੋਚ ਲੈਣੇ ਤੇ ਫਿਰ ਸਿੱਖ ਕਿਹਦੇ ਕੋਲੋਂ ਅਗਵਾਈ ਲੈਣਗੇ। ਇਸ ਤਰ੍ਹਾਂ ਦੀ ਵਿਚਾਰ ਸਤਿਗੁਰੂ ਦੇ ਮਨ ਵਿੱਚ ਫੁਰੀ ਹੈ। ਪਾਛੇ ਸਿੱਖੀ ਕਿਮ ਰਹੈ ਕਿ ਟੇਕੈ ਮਾਥਾ। ਫਿਰ ਜਦੋਂ 10 ਜਾਮੇ ਸੰਕੋਚ ਲੈ ਜਾਣਗੇ, ਪਾਛੇ ਸਿੱਖੀ ਦੀ ਅਗਵਾਈ ਕੌਣ ਕਰੇਗਾ? ਸਿੱਖ ਕਿਸ ਦੇ ਅੱਗੇ ਡੰਡੌਤ ਬੰਦਨ ਕਰਨਗੇ, ਕਿਸ ਕੋਲੋਂ ਅਗਵਾਈ ਲੈਣਗੇ? ਸ਼ਬਦ ਨਿਰਾਲੇ ਕਿਮ ਰਹੈ ਮਿਲ ਹੈ ਨਾ ਕਿਹ ਸਾਥਾ। ਮਹਾਰਾਜ ਕਹਿਣ ਲੱਗੇ, ਇਹ ਜੋ ਗੁਰੂ ਨਾਨਕ ਦੇ ਸ਼ਬਦ ਨੇ, ਇਹ ਨਿਰਾਲੇ ਵੱਖਰੇ ਕਿਵੇਂ ਰਹਿਣਗੇ? ਕੋਈ ਐਸਾ ਕੰਮ ਕਰੀਏ ਕਿ ਇਹਦੇ ਵਿੱਚ ਕੋਈ ਕੱਚੀ ਬਾਣੀ ਨੂੰ ਰਲਾ ਨਾ ਸਕੇ। ਏਮ ਵਿਚਾਰ ਬੋਲੇ ਗੁਰੂ ਤਟ ਨਦੀ ਬੇਪਾਸਾ। ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਸਿੱਖਾਂ ਨੂੰ ਬੋਲ ਕੇ ਆਖਣ ਲੱਗੇ ਵੀ ਜੋ ਬਿਆਸ ਦਰਿਆ ਦਾ ਕੰਢਾ ਹੈ, ਨਗਰੀ ਗੋਇੰਦਵਾਲ ਹੈ ਸ਼੍ਰੀ ਸਤਿਗੁਰ ਬਾਸਾ। ਔਰ ਉਹ ਪਾਵਨ ਧਰਤੀ ਗੋਇੰਦਵਾਲ ਸਾਹਿਬ ਦੀ, ਜਿੱਥੇ ਲੰਬੇਰਾ ਸਮਾਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਿਆ ਹੈ। ਤਿਸ ਮਹਿ ਮੋਹਨ ਆਪ ਬਸ ਹੈ ਬੜ ਮਸਤ ਸੁਭਾਉ। ਸਤਿਗੁਰੂ ਸਿੱਖਾਂ ਨੂੰ ਕਹਿਣ ਲੱਗੇ, ਉਸ ਪਵਿੱਤਰ ਧਰਤੀ ਤੇ ਬਾਬਾ ਮੋਹਨ ਜੀ ਵਾਸਾ ਰੱਖਦੇ ਨੇ, ਜੋ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਨੇ ਤੇ ਬੜੀ ਫਕੀਰਾਨਾ ਤਬੀਅਤ ਦੇ ਮਾਲਕ ਹਨ। ਬਾਣੀ ਚੌਪਤ ਸ਼ਾਹ ਕੀ ਨਸ ਇਕ ਥਾਉ। ਸਤਿਗੁਰੂ ਕਹਿਣ ਲੱਗੇ, ਉਸ ਬਾਬਾ ਮੋਹਨ ਜੀ ਦੇ ਪਾਸ ਚੌਹਾਂ ਹੀ ਪਾਤਸ਼ਾਹੀਆਂ ਦੇ ਸ਼ਬਦ ਨੇ, ਸਾਰੀ ਬਾਣੀ ਦਾ ਖਜ਼ਾਨਾ ਉਹਨਾਂ ਦੇ ਕੋਲ ਹੈ। ਵੱਡੋ ਪੁੱਤਰ ਗੁਰ ਅਮਰ ਕੋ ਕਿਸ ਕਾਣ ਨਾ ਠਾਨੇ। ਔਰ ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ ਨੇ ਤੇ ਕਾਣ ਕਿਸੇ ਦੇ ਨਹੀਂ ਰੱਖਦੇ। ਭਾਵ ਉਹ ਕਿਸੇ ਦੀ ਆਨ ਨਹੀਂ ਮੰਨਦੇ, ਉਹ ਕਿਸੇ ਦਾ ਭੈ ਨਹੀਂ ਰੱਖਦੇ। ਸਗਲ ਸ਼ਬਦ ਤਿਸ ਪਾਸ ਤੇ ਕੋ ਕਿਸ ਵਿਦਵਾਨੈ। ਹਜੂਰ ਕਹਿਣ ਲੱਗੇ, ਸਾਰੇ ਸ਼ਬਦ ਗੁਰੂ ਸਾਹਿਬਾਨ ਦੇ ਉਹਨਾਂ ਦੇ ਪਾਸ ਨੇ,
ਉਹ ਕਿਸ ਤਰ੍ਹਾਂ ਇੱਥੇ ਲਿਆਂਦੇ ਜਾਣ। ਜੇ ਸਿੱਖਾਂ ਨਾਲ ਇਸ ਤਰ੍ਹਾਂ ਵਿਚਾਰ ਕਰਦੇ ਹੀ ਪਏ ਹਨ। ਕੋ ਉਪਾਏ ਕਰ ਪਾਏ ਹਮ ਸਗਰੀ ਗੁਰਬਾਣੀ। ਹਜ਼ੂਰ ਕਹਿੰਦੇ ਵੀ ਕੋਈ ਵੀ ਉਪਾਅ ਕੀਤਾ ਜਾਵੇ, ਕਿਸੇ ਨਾ ਕਿਸੇ ਤਰ੍ਹਾਂ ਉਹ ਸਾਰੀ ਬਾਣੀ ਜਿਹੜੀ ਇੱਥੇ ਅੰਮ੍ਰਿਤਸਰ ਲਿਆਂਦੀ ਜਾਵੇ। ਭੀੜ ਕਰ ਹੈ ਪੁਨ ਏਕ ਥਲ ਹਿਤ ਜਗ ਕਲਿਆਣੀ। ਮਹਾਰਾਜ ਕਹਿੰਦੇ ਅਸੀਂ ਚਾਹੁੰਦੇ ਆ ਜਗਤ ਦੀ ਕਲਿਆਣ ਵਾਸਤੇ ਜਿਤਨੀ ਵੀ ਗੁਰੂ ਸਾਹਿਬਾਨ ਦੀ ਬਾਣੀ ਵੱਖ-ਵੱਖ ਸਮੇਂ ਉਚਾਰਨ ਕੀਤੀ ਜਾਂ ਭੱਟ ਸਾਹਿਬਾਨ ਦੇ ਸ਼ਬਦ ਨੇ, ਉਹ ਮਨੁੱਖਤਾ ਦੀ ਕਲਿਆਣ ਦੇ ਖਾਤਰ ਇੱਕ ਥਾਂ ਤੇ ਇਕੱਤਰ ਕਰਕੇ ਗ੍ਰੰਥ ਬਣਾਇਆ ਜਾਵੇ। ਸਭਾ ਵਿੱਚ ਬੈਠਿਓ ਤੋ ਭਾਈ ਗੁਰਦਾਸੂ। ਜਦੋਂ ਪਾਤਸ਼ਾਹ ਇਸ ਤਰ੍ਹਾਂ ਵਿਚਾਰ ਕਰ ਰਹੇ ਨੇ ਸਿੱਖਾਂ ਵਿੱਚ, ਔਰ ਸਾਹਮਣੇ ਦੀਵਾਨ ਵਿੱਚ ਭਾਈ ਗੁਰਦਾਸ ਜੀ ਵੀ ਸਿੱਖਾਂ ਵਿੱਚ ਬੈਠੇ ਹਨ। ਸੁਣਤ ਕਹਿਓ ਕਰ ਜੋੜ ਕਰ ਹਉ ਪਹੁੰਚਾਂ ਪਾਸੂ। ਸੁਣਦਿਆਂ ਸਾਰੀ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ ਆਪ ਜੀ ਹੁਕਮ ਕਰੋ ਕਿ ਇਹ ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਮੈਂ ਗੋਇੰਦਵਾਲ ਸਾਹਿਬ ਜਾ ਤੋਂ ਜਾ ਕੇ ਲੈ ਆਵਾਂ। ਪੋਥੀ ਸਗਰੀ ਆਨ ਹਉ ਆਇਸ ਨਿਜ ਦੀਜੈ। ਮਹਾਰਾਜ ਆਪ ਜੀ ਦਾ ਹੁਕਮ ਚਾਹੀਦਾ, ਆਗਿਆ ਚਾਹੀਦੀ ਹੈ। ਜੇ ਆਪ ਜੀ ਹੁਕਮ ਕਰੋ ਤੇ ਮੈਂ ਉਹ ਸਾਰੀਆਂ ਪੋਥੀਆਂ ਜਾ ਕੇ ਲਿਆ ਸਕਦਾ ਹਾਂ। ਮੋਹਨ ਮਿਲਾਉ ਮੋਹਰੀ ਮੋਹ ਕਹੋ ਸਮਝੈ। ਮਹਾਰਾਜ ਮੋਹਨ ਔਰ ਬਾਬਾ ਮੋਹਰੀ ਜੀ, ਉਹਨਾਂ ਨੂੰ ਮੈਂ ਜਾ ਕੇ ਮਿਲਾਂਗਾ ਔਰ ਆਪ ਜੀ ਦਾ ਆਛਾ ਪ੍ਰਗਟ ਕਰਾਂਗਾ। ਸ਼੍ਰੀ ਅਰਜਨ ਸੁਣ ਬਾਕ ਕੋ ਔਰ ਗਰਬਤ ਜਾਨਾ। ਹਜੂਰ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਬੋਲ ਸੁਣੇ। ਸੁਣ ਕੇ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਮਨ ਵਿੱਚ ਸੋਚਦੇ ਨੇ ਵੀ ਅਸੀਂ ਤੇ ਕਿਸੇ ਸਿੱਖ ਦਾ ਨਾਂ ਹੀ ਨਹੀਂ ਲਿਆ ਜਾਣ ਵਾਸਤੇ, ਤੇ ਭਾਈ ਸਾਹਿਬ ਜੀ ਨੇ ਪਹਿਲਾਂ ਹੀ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਹੈ। ਬਿਨਾ ਨਾਮ ਇਸ ਕੇ ਲੀਏ ਮੈਂ ਲਿਆਉਂ ਬਖਾਨਾ। ਔਰ ਅਸੀਂ ਤਾਂ ਇਹਨਾਂ ਦਾ ਨਾਮ ਲਿਆ ਹੀ ਨਹੀਂ, ਅਜੇ ਤਾਂ ਅਸੀਂ ਸੰਗਤ ਨਾਲ ਵਿਚਾਰ ਹੀ ਕਰਦੇ ਪਏ ਸਾਂ। ਇਹਨਾਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਮਹਾਰਾਜ ਆਪ ਜੀ ਹੁਕਮ ਕਰੋ ਤਾਂ ਜੋ ਜਾ ਕੇ ਮੈਂ ਪੋਥੀਆਂ ਲਿਆਉਂਦਾ ਹਾਂ। ਜਾਹੋ ਕਹਿਓ ਤਿਸ ਕਾਲ ਮੈਂ ਹੈ ਗੁਰ ਹਿਰਦੈ ਵਿਚਾਰੀ। ਹਜੂਰ ਕਹਿਣ ਲੱਗੇ ਸੋ ਭਲਾ ਜੋ ਕਿਹਾ ਠੀਕ ਹੈ, ਚਲੋ ਠੀਕ ਹੈ। ਜੇ ਤੁਹਾਡਾ ਮਨ ਮੰਨਦਾ ਤੇ ਭਾਈ ਗੁਰਦਾਸ ਜੀ ਤੁਸੀਂ ਹੀ ਜਾ ਕੇ ਪੋਥੀਆਂ ਲੈ ਆਵੋ। ਬਾਣੀ ਹੱਥ ਨ ਆਏ ਹੈ ਹੋਏ ਨਿਰਹੰਕਾਰੀ। ਔਰ ਮਨ ਵਿੱਚ ਸਤਿਗੁਰੂ ਸੋਚਦੇ ਪਏ ਸਨ, ਪਤਾ ਸੀ ਕਹਿਣ ਲੱਗੇ ਬਾਣੀ ਹੱਥ ਵਿੱਚ ਨਹੀਂ ਆਉਣ ਲੱਗੀ ਇਸ ਤਰ੍ਹਾਂ। ਉਹ ਬੜੀ ਪਵਿੱਤਰ ਆਤਮਾ ਹੈ, ਬੜੇ ਤਪਸਵੀ ਪੁਰਸ਼ ਨੇ ਬਾਬਾ ਮੋਹਨ ਜੀ। ਇਹ ਤਾਂ ਭਾਈ ਗੁਰਦਾਸ ਦੇ ਮਨ ਵਿੱਚ ਜਿਹੜਾ ਹਉਮੈ ਦਾ ਬੀਜ ਪੁੰਗਰ ਆਇਆ ਹੈ ਉਹ ਬਹੁਤ ਛੇਤੀ ਮੁਰਝਾ ਜਾਵੇਗਾ। ਤਬ ਭਾਈ ਹੋਏ ਤਿਆਰ ਕੋ ਮਾਰਗ ਸੋ ਲੀਨਾ। ਭਾਈ ਗੁਰਦਾਸ ਜੀ ਤਿਆਰ ਹੋਏ ਨੇ ਤੇ ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਵੱਲ ਚੱਲ ਪਏ। ਦੋਏ ਦਿਓ ਸਗਮਨਿਓ ਗਇਓ ਦੱਖਣ ਮੁਖ ਕੀਨਾ। ਸੋ ਇਸ ਤਰ੍ਹਾਂ ਕਹਿਣ ਲੱਗੇ ਦੱਖਣ ਦਿਸ਼ਾ ਦੇ ਵਿੱਚ ਜੋ ਗੋਇੰਦਵਾਲ ਸਾਹਿਬ ਹੈ, 2 ਦਿਨ ਇਸੇ ਤਰ੍ਹਾਂ ਲਗਾਤਾਰ ਪੈਂਡਾ ਤੈਅ ਕਰਦਿਆਂ ਭਾਈ ਗੁਰਦਾਸ ਜੀ ਬਿਆਸ ਦਰਿਆ ਦੇ ਕੰਢੇ ਤੇ ਘੁੱਗ ਵਸਦਾ ਪਿੰਡ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਪਹੁੰਚਿਓ ਗੋਇੰਦਵਾਲ ਤਬ ਤਹਿ ਪਿਖੀ ਸੋ ਬਾਪੀ। ਔਰ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ, ਪਹਿਲਾਂ ਜਾਂਦੇ ਗੁਰ ਅਸਥਾਨ ਦੇ ਦਰਸ਼ਨ ਕੀਤੇ ਜਿੱਥੇ ਹਜੂਰ ਨੇ ਆਪ ਬੌਲੀ ਸਾਹਿਬ ਦੀ ਖੁਦਵਾਈ ਕਰਾਈ ਹੈ। ਮੱਜਨ ਕਰਕੇ ਸਿਮਰ ਗੁਰ ਪਿਖ ਨਿਰਮਲ ਆਪੀ। ਔਰ ਨਿਰਮਲ ਜਲ ਦੇਖ ਕੇ, ਠੰਡਾ ਜਲ ਦੇਖ ਕੇ ਭਾਈ ਗੁਰਦਾਸ ਜੀ ਨੇ ਸ਼ਰਧਾ ਦੇ ਨਾਲ ਪਹਿਲਾਂ ਉਸ ਬੌਲੀ ਦੇ ਵਿੱਚ ਇਸ਼ਨਾਨ ਕੀਤਾ ਹੈ। ਹੁਣ ਹੈ ਚੁਬਾਰੇ ਚੱਲ ਗਇਓ ਜਹ ਫਿਰੇ ਕੇ ਵਾਰਾ। ਇਸ਼ਨਾਨ ਕਰਨ ਤੋਂ ਬਾਅਦ ਸੰਗਤਾਂ ਦੇ ਨਾਲ ਭਾਈ ਗੁਰਦਾਸ ਜੀ ਜੋ ਬਾਬਾ ਮੋਹਨ ਜੀ ਦਾ ਚੁਬਾਰਾ ਹੈ, ਜਿੱਥੇ ਬੈਠ ਕੇ ਉਹ ਈਸ਼ਵਰ ਦੀ ਭਗਤੀ ਵਿੱਚ ਜੁੜਦੇ ਨੇ, ਉਸ ਅਸਥਾਨ ਤੇ ਚਲੇ ਗਏ। ਲਗ ਸਮਾਦ ਆਸਨ ਕਰੇ ਨਹਿ ਦੇਹ ਸੰਭਾਰਾ। ਜਦੋਂ ਜਾ ਕੇ ਦੇਖਿਆ ਕੀ ਦੇਖਦੇ ਨੇ, ਇੱਕ ਰਸ ਇੱਕ ਲਿਵ ਜੋੜ ਕੇ ਬੜੇ ਆਨੰਦ ਦੇ ਨਾਲ ਅਡੋਲ ਬੈਠੇ ਨੇ। ਨੇਤਰ ਉਹਨਾਂ ਦੇ ਬੰਦ ਨੇ, ਸਰੀਰ ਵਿੱਚ ਹਿਲ ਜੁਲ ਕੋਈ ਨਹੀਂ।
ਔਰ ਆਪਣੀ ਦੇਹ ਤੱਕ ਦਾ ਵੀ ਖਿਆਲ ਨਹੀਂ ਹੈ। ਜਾਮ ਦਿਵਸ ਕੇ ਰਹੇ ਤੇ ਪਹੁੰਚਿਓ ਤਹ ਭਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਭਾਈ ਗੁਰਦਾਸ ਜੀ ਪਹੁੰਚੇ ਇੱਕ ਪੈਰ ਬਾਕੀ ਰਹਿੰਦਾ ਸੀਗਾ ਦਿਨ ਦਾ, ਭਾਵ ਸ਼ਾਮ ਦਾ ਵਕਤ ਹੋ ਚੁੱਕਾ ਹੈ। ਬਹੁ ਪ੍ਰਕਾਰ ਕੀ ਬੇਨਤੀ ਕਰ ਊਚ ਸੁਨਾਈ। ਦਰਵਾਜ਼ਾ ਬੰਦ ਦੇਖ ਕੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਉੱਚੀ ਆਵਾਜ਼ ਵਿੱਚ ਸਤਿਕਾਰਯੋਗ ਸ਼ਬਦਾਂ ਦੇ ਰਾਹੀਂ ਬਾਬਾ ਮੋਹਨ ਜੀ ਨੂੰ ਆਵਾਜ਼ਾਂ ਮਾਰਦੇ ਹਨ। ਸੁਦਾ ਸਰੋਵਰ ਨਗਰ ਤੇ ਮੈਂ ਚੱਲ ਕਰ ਆਇਓ। ਕਹਿ ਲੱਗੇ ਬਾਬਾ ਮੋਹਨ ਜੀ ਦਰਵਾਜ਼ਾ ਖੋਲੋ, ਮੈਂ ਸੁਦਾ ਸਰ ਦੀ ਧਰਤੀ, ਸੁਦਾ ਸਰ ਕਹਿੰਦੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਭੇਜਿਆ ਹੋਇਆ ਤੁਹਾਡੇ ਕੋਲ ਆਇਆ ਹਾਂ। ਸ਼੍ਰੀ ਅਰਜਨ ਕਿਸ ਕਾਜ ਕੋ ਤੁਮ ਨਿਕਟ ਪਠਾਇਓ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਤੁਹਾਡੇ ਨਾਲ ਕੋਈ ਕੰਮ ਹੈ, ਤੁਸੀਂ ਦਰਵਾਜ਼ਾ ਖੋਲੋ, ਮੈਂ ਉਹਨਾਂ ਦਾ ਸੁਨੇਹਾ ਲੈ ਕੇ ਤੁਹਾਡੇ ਕੋਲ ਆਇਆ ਹਾਂ। ਦਰਸ਼ਨ ਮੋ ਕਹੋ ਦੀਜੀਏ ਉਗਰਾਏ ਕੇ ਵਾਰੋ। ਸੋ ਇਸ ਕਰਕੇ ਕਿਰਪਾ ਕਰੋ, ਆਪਣੀ ਸੁਰਤ ਨੂੰ ਥੋੜਾ ਜਿਹਾ ਢਿੱਲਿਆਂ ਕਰੋ ਤੇ ਇਸ ਦਰਵਾਜ਼ੇ ਨੂੰ ਖੋਲੋ, ਮੈਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਹਾਂ। ਭੂਖਨ ਕੁਲ ਸ਼੍ਰੀ ਅਮਰ ਕੇ ਗੁਣ ਗਿਆਨ ਉਦਾਰੇ। ਹੇ ਗੁਣਾਂ ਦੇ ਖਜ਼ਾਨੇ, ਦਇਆਲੂ ਸੁਭਾਅ ਦੇ ਮਾਲਕ ਬਾਬਾ ਮੋਹਨ ਜੀ, ਹੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਤਿਕਾਰਯੋਗ ਵੱਡੇ ਸੁਪੁੱਤਰ, ਆਪ ਜੀ ਕਿਰਪਾ ਕਰੋ, ਇਸ ਦਰਵਾਜ਼ੇ ਨੂੰ ਖੋਲ ਦਿਓ। ਗੁਰ ਨੰਦਨ ਬੰਦਨ ਉਚਤ ਕੰਦਨ ਦੁਖ ਦੋਸ਼ਾ। ਆਪ ਜੀ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਔਰ ਗੁਰੂ ਸੁਪੁੱਤਰ ਹੋ, ਆਪ ਜੀ ਤਾਂ ਨਮਸਕਾਰ ਕਰਨ ਦੇ ਯੋਗ ਹੋ, ਇਸ ਕਰਕੇ ਮੈਂ ਤੁਹਾਡੇ ਦਰਸ਼ਨ ਚਾਹੁੰਦਾ, ਤੁਹਾਡੇ ਚਰਨ ਪਰਸਨੇ ਹਨ। ਦਰਸ਼ਨ ਤੇ ਆਗ ਕਟਤ ਹੈ ਸਭ ਦਾਸ ਭਰੋਸਾ। ਆਪ ਜੀ ਦੇ ਦਾਸ ਆਪ ਜੀ ਤੇ ਭਰੋਸਾ ਕਰਦੇ ਨੇ, ਆਪ ਜੀ ਸ਼ਬਦ ਦੇ ਵਿੱਚ ਗੁਣੂੰਦ ਹੋ, ਇੱਕ ਰਸ ਟਿਕੇ ਹੋ, ਸੋ ਇਸ ਕਰਕੇ ਕਿਰਪਾ ਕਰੋ, ਤੁਹਾਡਾ ਦਰਸ਼ਨ ਬੜਾ ਦੁਰਲੱਭ ਹੈ, ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ, ਆਪ ਜੀ ਦਰਸ਼ਨ ਬਖਸ਼ੋ। ਲੱਖ ਹਸਤਾ ਮਲ ਆਤਮਾ ਦ੍ਰਿੜ ਗਿਆਨ ਸਦੀਵਾ। ਉਪਮਾ ਕਰਦੇ ਆ ਭਾਈ ਸਾਹਿਬ ਜੀ ਬਚਨ ਕਹਿਣ ਲੱਗੇ, ਆਪ ਜੀ ਦਾ ਹਿਰਦਾ ਤਾਂ ਇੰਨਾ ਨਿਰਮਲ ਹੈ, ਆਪ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਇਸ ਤਰ੍ਹਾਂ ਟਿਕਾਇਆ ਜਿਵੇਂ ਹੱਥ ਦੀ ਤਲੀ ਤੇ ਕਿਸੇ ਨੇ ਔਲੇ ਨੂੰ ਟਿਕਾਉਣ ਦੀ ਜਾਚ ਸਿੱਖੀ ਹੈ। ਰਹਿ ਜੋਗ ਆਰੂੜ ਬ੍ਰਿਤ ਇੱਕ ਰਸ ਨਿਤ ਥੀਵਾ। ਆਪ ਜੀ ਆਰੂੜ ਹੋ ਇੱਕ ਰਸ ਪਰਮੇਸ਼ਰ ਦੀ ਬੰਦਗੀ ਵਿੱਚ, ਕੋਈ ਸਰੀਰ ਦੀ ਸੁੱਧ ਬੁੱਧ ਨਹੀਂ, ਕੌਣ ਆਇਆ ਕੌਣ ਗਿਆ ਕਿਸੇ ਦਾ ਪਤਾ ਨਹੀਂ, ਇੱਕ ਰਸ ਐ ਅਸਮਾਨ ਦੀ ਪਤੰਗ ਵਾਂਗੂ ਤੁਹਾਡੀ ਸੁਰਤ ਤਣੀ ਹੈ। ਦਰਸ਼ਨ ਦੇਹੁ ਅਰਜਨ ਸੁਨਹੁ ਸ਼੍ਰੀ ਅਰਜਨ ਕਾਮੂ। ਸੋ ਇਸ ਕਰਕੇ ਆਪ ਜੀ ਕਿਰਪਾ ਕਰੋ, ਮੇਰੀ ਅਰਜ਼ ਹੈ ਆਪ ਜੀ ਦੇ ਚਰਨਾਂ ਵਿੱਚ, ਗੁਰੂ ਅਰਜਨ ਸਾਹਿਬ ਜੀ ਨੇ ਮੈਨੂੰ ਸਿੱਖਿਆ ਦੇ ਕੇ ਭੇਜਿਆ ਹੈ, ਆਪ ਜੀ ਉਸ ਸਿੱਖਿਆ ਨੂੰ ਸਰਵਣ ਕਰੋ। ਅਰਜਨ ਜਸ ਵਿਸਤ੍ਰਿਤ ਜੋ ਗੁਣ ਗਾਨ ਕੋ ਧਾਮੂ। ਅਰਦਾਸ ਕਰਦੇ ਆ, ਬਚਨ ਕਹਿ ਰਹੇ ਨੇ ਭਾਈ ਗੁਰਦਾਸ ਜੀ, ਉਹ ਗੁਣਾਂ ਦੇ ਖਜ਼ਾਨੇ ਗੁਰੂ ਅਰਜਨ ਦੇ ਮਹਾਰਾਜ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਕੀਰਤੀ, ਜਿਨ੍ਹਾਂ ਦੇ ਗੁਣ ਧਰਤੀ ਦੀਆਂ ਚਾਰੇ ਦਿਸ਼ਾਵਾਂ ਦੇ ਵਿੱਚ ਫੈਲ ਰਹੇ ਹਨ। ਇਸ ਪ੍ਰਕਾਰ ਸਭ ਜਾਮਣੀ ਬਿਨਤੀ ਬਹੁ ਠਾਨੀ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਕਹਿੰਦੇ, ਸ਼ਾਮ ਦਾ ਵੇਲਾ ਹੋ ਗਿਆ, ਸੂਰਜ ਅਸਤ ਹੋ ਚੁੱਕਾ ਸੀ ਔਰ ਭਾਈ ਗੁਰਦਾਸ ਜੀ ਬੇਨਤੀਆਂ ਕਰ ਰਹੇ ਸਨ। ਨੰਦਨ ਸ਼੍ਰੀ ਗੁਰੂ ਅਮਰ ਕੋ ਨਹਿ ਬੋਲਿਓ ਬਾਣੀ। ਪਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੰਦਨ ਸੁਪੁੱਤਰ ਬਾਬਾ ਮੋਹਨ ਜੀ ਅੱਗੋਂ ਕਿਸੇ ਵੀ ਸ਼ਬਦ ਦਾ ਜਵਾਬ ਨਹੀਂ ਦਿੰਦੇ। ਭਾਈ ਭੋਰ ਲਖ ਔਚ ਨੇ ਭਾਈ ਸਮਝਾਇਓ। ਭਾਈ ਭੋਰ ਦਿਨ ਚੜ ਆਇਆ ਅਗਲਾ ਔਰ ਭਾਈ ਆਏ ਨੇ ਬਾਬਾ ਮੋਹਰੀ ਜੀ, ਜੋ ਬਾਬਾ ਮੋਹਨ ਜੀ ਦੇ ਛੋਟੇ ਭਰਾਤਾ ਨੇ। ਫਿਰ ਉਹਨਾਂ ਨੇ ਆ ਕੇ ਭਾਈ ਗੁਰਦਾਸ ਜੀ ਨੂੰ ਸਮਝਾਇਆ ਹੈ, ਇਹ ਮਨ ਮਸਤ ਸਦੀਵ ਹੈ ਨਹਿ ਬੁਲਤ ਬੁਲਾਇਓ। ਕਹਿਣ ਲੱਗੇ ਤੁਹਾਡਾ ਪੁਰਸ਼ਾਰਥ ਨਿਹਫਲ ਜਾਏ ਗਏ ਤਾਂ ਮਸਤ ਸੁਭਾਅ ਦੇ ਮਾਲਕ ਨੇ, ਇਹ ਨਹੀਂ ਬੋਲਦੇ ਕਿਸੇ ਦੇ ਨਾਲ,
ਇਹ ਤਾਂ ਆਪਣੀ ਹੀ ਮਸਤੀ ਦੇ ਵਿੱਚ ਟਿਕੇ ਹਨ। ਮਰਜੀ ਆਪਣੀ ਕਰਤ ਹੈ ਨਹਿ ਗਰਜੀ ਕਾਹੂ। ਸੋ ਇਸ ਕਰਕੇ ਇਹਨਾਂ ਨੂੰ ਗਰਜ ਕਿਸੇ ਦੀ ਨਹੀਂ, ਇਹਨਾਂ ਕਿਹੜਾ ਕਿਸੇ ਕੋਲੋਂ ਕੁਛ ਲੈਣਾ ਹੈ। ਇਹ ਤਾਂ ਪਰਉਪਕਾਰੀ ਨੇ, ਕਿਸੇ ਦੀ ਆਨ ਨਹੀਂ ਮੰਨਦੇ, ਆਪਣੀ ਹੀ ਖੁਮਾਰੀ ਦੇ ਵਿੱਚ ਮਸਤ ਹਨ। ਅਰਜੀ ਸੁਨਹਿ ਨ ਕਹੇ ਤੇ ਹਰ ਜੀ ਮਨ ਮਾਹੂ। ਕਹਿਣ ਲੱਗੇ ਪਰਮੇਸ਼ਰ ਦੇ ਭਾਣੇ ਵਿੱਚ ਟਿਕੇ ਨੇ, ਇਹ ਕਿਸੇ ਦੀਆਂ ਗੱਲਾਂ ਨਹੀਂ ਸੁਣਦੇ, ਆਪਣੇ ਹੀ ਮਨ ਦੇ ਵਿੱਚ ਮਸਤ ਹਨ। ਦਰ ਖੁਲਾਵਨੇ ਹੇਤ ਕੋ ਬਹੁ ਕਰੇ ਉਪਾਊ। ਇਹ ਤਾਂ ਬੜਿਆਂ ਨੇ ਆ ਕੇ ਉਪਾਅ ਕੀਤੇ ਨੇ ਇਸ ਦਰ ਨੂੰ ਖੋਲਣ ਵਾਸਤੇ ਵੀ ਉਸ ਮਹਾਨ ਪੁਰਸ਼ ਦਾ ਦੀਦਾਰ ਕਰ ਸਕੀਏ, ਪਰ ਇਸ ਦੁਰਲੱਭ ਦਰਸ਼ਨਾਂ ਨੂੰ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ। ਪਛ ਹਾਰਿਓ ਗੁਰਦਾਸ ਤਬ ਬਸ ਚੱਲਿਓ ਨਾ ਕਾਊ। ਕਹਿਣ ਲੱਗੇ ਵਸ ਨਹੀਂ ਚੱਲਿਆ ਕੋਈ ਭਾਈ ਗੁਰਦਾਸ ਜੀ ਦਾ, ਯਤਨ ਬੜੇ ਕੀਤੇ ਨੇ ਪਰ ਦਰਵਾਜ਼ਾ ਨਾ ਖੁਲਾ ਸਕਿਆ। ਔਰ ਉਦਾਸ ਬਹੁ ਹੋਏ ਕੈ ਬਰੀੜਾ ਉਪਜਾਈ। ਔਰ ਬੜੇ ਮਨ ਦੇ ਵਿੱਚ ਝੂਰੇ ਉਦਾਸ ਹੋਏ ਵੀ ਕੀ ਕਾਰਨ, ਗੁਰੂ ਦਾ ਨਾਮ ਲੈ ਕੇ ਵੀ ਵਾਸਤਾ ਪਾਇਆ ਪਰ ਬਾਬਾ ਜੀ ਨੇ ਦਰਵਾਜ਼ਾ ਨਹੀਂ ਖੋਲਿਆ। ਕਾਸ਼ਨਾ ਕਾਜ ਭਾ ਮੈਂ ਆਇਓ ਅਬ ਕਿਆ ਮੁਖ ਜਾਈ। ਕੋਈ ਕੰਮ ਨਹੀਂ ਸੌਰਿਆ, ਜਿਸ ਮਨਸ਼ਾ ਨੂੰ ਲੈ ਕੇ ਆਇਆ ਸੀ ਉਹ ਪੋਥੀਆਂ ਤੇ ਪ੍ਰਾਪਤ ਨਹੀਂ ਹੋਈਆਂ। ਹੁਣ ਕਿਸ ਮੂੰਹ ਦੇ ਨਾਲ ਜਾਵਾਂਗੇ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਵੀ ਜਿਸ ਕਾਰਜ ਵਾਸਤੇ ਗਏ ਸੀ ਉਹ ਕਾਰਜ ਨੇਪਰੇ ਨਹੀਂ ਚੜਿਆ। ਇਹਦਾ ਕਾਰਨ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਅਸਲ ਵਿੱਚ ਗੁਰੂ ਅਰਜਨ ਸਾਹਿਬ ਨੇ ਅਜੇ ਨਾਮ ਲੈ ਕੇ ਨਹੀਂ ਸੀ ਕਿਹਾ ਭਾਈ ਸਾਹਿਬ ਨੂੰ, ਪਰ ਉਹਨਾਂ ਪਹਿਲਾਂ ਹੀ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਗੁਰੂ ਸਰਬ ਕਲਾ ਸਮਰੱਥ ਹੈ, ਜਦੋਂ ਗੁਰੂ ਕਿਸੇ ਕਾਰਜ ਵਾਸਤੇ ਭੇਜਦੇ ਨੇ ਫਿਰ ਥਾਪੜਾ ਦੇ ਕੇ ਭੇਜਦੇ ਨੇ। ਗੁਰੂ ਦੀ ਆਪਣੀ ਕਲਾ ਵਰਤਦੀ ਹੈ। ਸੋ ਮਨੁੱਖ ਨੂੰ ਕਦੇ ਵੀ ਆਪਣੀ ਸਿਆਣਪ ਨਹੀਂ ਵਰਤਣੀ ਚਾਹੀਦੀ। ਕੋਈ ਵੀ ਕਾਰਜ ਕਰਨਾ ਹੈ, ਕੋਈ ਵੀ ਮੋਰਚਾ ਫਤਿਹ ਕਰਨਾ ਹੈ ਤੇ ਆਪਣੇ ਗੁਰੂ ਕੋ ਥਾਪੜਾ ਜ਼ਰੂਰ ਲੈਣਾ ਹੈ ਅਰਦਾਸ ਕਰਕੇ, ਜਿਵੇਂ ਭਾਈ ਬਚਿੱਤਰ ਸਿੰਘ ਨੇ ਥਾਪੜਾ ਲੈ ਕੇ ਕਾਰਜ ਕੀਤਾ ਸੀ। ਫਿਰ ਗੁਰੂ ਅੰਗ ਸੰਗ ਹੋ ਕੇ ਵਰਤਦਾ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਹਜੂਰ ਅੰਮ੍ਰਿਤ ਦੇ ਦਾਤੇ ਨੇ, ਪੁੱਤਰਾਂ ਦੇ ਦਾਨੀ ਨੇ, ਸਰਬੰਸ ਦਾਨੀ ਨੇ। ਆਪਣਾ ਸਾਰਾ ਕੁਝ ਵਾਰ ਕੇ ਇਸ ਖਾਲਸੇ ਨੂੰ ਆਪਣਾ ਪੁੱਤਰ ਬਣਾਇਆ ਹੈ। ਹਜੂਰ ਦੀ ਸਿਫਤ ਦੀ ਲੜੀ ਨੂੰ ਅੱਗੇ ਤੋਰਦਿਆਂ ਆਪਾਂ ਰੋਜ਼ ਹੀ ਉਹਨਾਂ ਦੇ ਪਰਿਵਾਰ ਦੇ ਬਾਬਤ ਕੋਈ ਨਾ ਕੋਈ ਘਟਨਾ ਨੂੰ ਕਥਾ ਦੇ ਰੂਪ ਵਿੱਚ ਸਾਂਝੀ ਕਰਨੇ ਆ। ਕੱਲ ਤੱਕ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾ ਚੁੱਕੇ ਨੇ। ਆਪ ਕਲਗੀਆਂ ਵਾਲੇ ਨੰਗੇ ਚਰਨੀ ਕਲਗੀ ਗੁਰੂ ਪੰਥ ਦੀ ਝੋਲੀ ਵਿੱਚ ਪਾ ਕੇ ਆਪ ਮਾਛੀਵਾੜੇ ਜੰਗਲਾਂ ਦੇ ਰਾਹੀ ਬਣ ਗਏ ਨੇ। ਉਧਰ ਤੱਕੋ ਸਰਸਾ ਦਾ ਕਿਨਾਰਾ, ਕਮਸਾਨ ਦਾ ਯੁੱਧ ਹੋ ਰਿਹਾ ਹੈ। ਆਪਣਾ ਆਪੇ ਨੂੰ ਨਹੀਂ ਪਛਾਣ ਰਿਹਾ। ਕੀਮਤੀ ਸਿੰਘ ਸਰਸਾ ਦੀ ਭੇਟਾ ਚੜ ਰਹੇ ਨੇ। ਲੋਹੇ ਤੇ ਲੋਹਾ ਖੜਕਦਾ ਹੈ। ਦੁਸ਼ਮਣ ਸਰਸਾ ਦੇ ਦੋਵੇਂ ਪਾਸੀਂ ਹਰਲ ਹਰਲ ਕਰਦਾ ਫਿਰਦਾ ਹੈ। ਅੱਗੋਂ ਰੰਗੜਾਂ ਨੇ ਘੇਰਾ ਪਾ ਕੇ ਤਲਵਾਰਾਂ ਸੂਤ ਲਈਆਂ ਨੇ। ਭਾਈ ਬਚਿੱਤਰ ਸਿੰਘ ਮੁਕਾਬਲਾ ਕਰਦੇ ਨੇ। ਅਖੀਰ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪੈਂਦੇ ਨੇ। ਇੱਧਰ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਵਿੱਚ ਉਤਾਰਾ ਕਰਦੇ ਨੇ। ਉਧਰ ਬੁੱਢੜੀ ਮਾਂ ਆਪਣੇ ਛੋਟੇ ਛੋਟੇ ਪੋਤਰਿਆਂ ਦੀਆਂ ਬਾਹਾਂ ਪਕੜੀਆਂ ਨੇ ਤੇ ਸਰਸਾ ਦੇ ਕਿਨਾਰੇ ਤੋਂ ਥੋੜੀ ਹੀ ਦੂਰ ਜਾ ਕੇ ਕੁੰਮੇ ਨਾਮ ਦਾ ਮਾਸ਼ਕੀ ਹੈ, ਜਿਹੜਾ ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਦਾ ਹੈ। ਇਸ ਗਰੀਬ ਦੀ ਝੁੱਗੀ ਵਿੱਚ ਆਨੰਦਪੁਰ ਦੇ ਸ਼ਾਹੀ ਮਹੱਲਾਂ ਦੇ ਵਾਸੀ ਜਾ ਕੇ ਆਸਰਾ ਲੈਂਦੇ ਨੇ। ਇਸੇ ਝੁੱਗੀ ਦੇ ਵਿੱਚ ਤਵਾਰੀਖ ਇਸ ਗੱਲ ਦੀ ਹਾਮੀ ਭਰਦੀ ਏ। ਇਹ ਗੰਗੂ ਨਾਮ ਦਾ ਬ੍ਰਾਹਮਣ ਆਉਂਦਾ ਹੈ ਤੇ ਵਾਸਤਾ ਪਾਉਂਦਾ ਹੈ, ਮਾਤਾ ਜੀ ਕੁਝ ਹੀ ਦੂਰੀ ਤੋਂ ਇੱਥੇ ਮੇਰਾ ਪਿੰਡ ਹੈ, ਮੇਰਾ ਆਪਣਾ ਘਰ ਹੈ, ਮੇਰਾ ਆਪਣਾ ਪਰਿਵਾਰ ਹੈ। ਆਖਰ ਅਸੀਂ ਤੁਹਾਡੇ ਘਰ ਦੇ ਗੁਲਾਮ ਹਾਂ, ਸੇਵਾਦਾਰ ਹਾਂ। ਇੱਥੇ ਅਸੀਂ ਇਸ ਥਾਂ ਦੇ ਉੱਤੇ
ਮੁਸੀਬਤ ਵਿੱਚ ਘਿਰ ਸਕਦੇ ਹਾਂ, ਤੁਸੀਂ ਮੇਰੇ ਨਾਲ ਚੱਲੋ। ਕਵੀਆਂ ਨੇ ਗੰਗੂ ਦਾ ਮਨ ਇੱਥੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਇਹਦੇ ਅੰਦਰ ਲੋਭ ਦਾ ਕੁੱਤਾ ਭੌਂਕਦਾ ਹੈ। ਮੋਹਰਾਂ ਨੂੰ ਦੇਖ ਕੇ ਇਹਨੇ ਇਹ ਪੇਸ਼ਕਸ਼ ਰੱਖੀ ਹੈ, ਕਿਉਂਕਿ ਇਸ ਗੱਲ ਨੂੰ ਜਾਣਦਾ ਹੈ ਕਿ ਹਕੂਮਤ ਦੇ ਬਾਗੀ ਜਿਸ ਘਰ ਵਿੱਚ ਵੀ ਠਹਿਰਨਗੇ, ਸਰਕਾਰ ਦਾ ਹੁਕਮ ਹੈ ਉਸ ਘਰ ਦਾ ਬਾਲ ਬੱਚਾ ਪੀੜਿਆ ਜਾਏਗਾ, ਉਹਨਾਂ ਦੀ ਕੁੱਲ ਨੂੰ ਇਸ ਧਰਤੀ ਤੋਂ ਮਿਟਾ ਦਿੱਤਾ ਜਾਏਗਾ। ਪਰ ਜਦੋਂ ਮਾਤਾ ਜੀ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਪਹੁੰਚਦਾ ਹੈ, ਜਾ ਕੇ ਪ੍ਰਸ਼ਾਦਾ ਛਕਾਉਂਦਾ ਹੈ, ਰਾਤ ਨੂੰ ਸੌਣ ਵਾਸਤੇ ਦੋਵਾਂ ਮੰਜਿਆਂ ਦਾ ਪ੍ਰਬੰਧ ਕਰਦਾ ਹੈ, ਤੇ ਮਾਤਾ ਗੁਜਰੀ ਜੀ ਸ਼ਬਦ ਕਹਿੰਦੇ ਨੇ, ਗੰਗੂ ਸਾਨੂੰ 2 ਮੰਜਿਆਂ ਦੀ ਲੋੜ ਨਹੀਂ, ਇਹਨਾਂ ਪੋਤਰਿਆਂ ਨੂੰ ਮੈਂ ਕਦੀ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ, ਅਸੀਂ ਇੱਕ ਮੰਜੇ ਤੇ ਆਰਾਮ ਕਰਾਂਗੇ। ਸੱਜੇ ਤੇ ਖੱਬੇ ਆਪਣੇ ਦੋਵਾਂ ਪੋਤਰਿਆਂ ਨੂੰ ਸੀਨੇ ਦੇ ਨਾਲ ਲਾਇਆ ਹੈ, ਤੇ ਮਾਤ ਗੁਜਰੀ ਸੋਹਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਆਪਣੇ ਸੀਨੇ ਦਾ ਨਿੱਘ ਆਪਣੇ ਪੋਤਰਿਆਂ ਨੂੰ ਦੇਣ ਦਾ ਯਤਨ ਕਰ ਰਹੀ ਹੈ। ਪਰ ਜਿਹਦਾ ਸਾਰਾ ਪਰਿਵਾਰ ਉਜੜ ਗਿਆ ਹੋਵੇ, ਆਪਣੇ ਲੱਖਾਂ ਜਾਏ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਪਤਾ ਨਾ ਹੋਵੇ, ਜਿਸ ਦੀਆਂ ਬਾਲੜੀਆਂ ਧੀਆਂ ਸਮਾਨ ਨੂੰਹਾਂ ਵਿਛੜ ਗਈਆਂ ਹੋਣ, ਜਿਸ ਦਾ ਆਨੰਦਪੁਰ ਘਰ ਘਾਟ ਲੁੱਟਿਆ ਗਿਆ ਹੋਵੇ, ਉਸ ਮਾਂ ਨੂੰ ਕਦੀ ਰਾਤ ਨੀਂਦ ਪੈ ਸਕਦੀ ਹੈ? ਮਾਂ ਗੁਜਰੀ ਉਸ ਅਕਾਲ ਦੇ ਸ਼ੁਕਰ ਵਿੱਚ ਕਿਸੇ ਅਗੰਮੀ ਰਸ ਵਿੱਚ ਬੈਠੀ ਏ। ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਹਰ ਇੱਕ ਸਿੱਖ ਸਿਜਦਾ ਕਰਦਾ ਹੈ, ਤੇ ਅਸੀਂ ਪਿਆਰ ਨਾਲ ਸ਼ਬਦ ਵਰਤਦੇ, ਸਾਡੇ ਬਾਬੇ ਨੇ। ਉਮਰ ਬੜੀ ਛੋਟੀ ਏ, ਪਰ ਗਿਆਨ ਕਰਕੇ ਤਾਂ ਸਾਡੇ ਤੋਂ ਕਿਤੇ ਬਜ਼ੁਰਗ ਨੇ। ਉਸ ਮਹਾ ਅਕਾਲ ਦਾ ਗਿਆਨ ਰੱਖਦੇ ਨੇ। ਉਹ ਛੋਟੇ ਬੱਚੇ ਆਪਣੀ ਮਾਂ ਦੇ ਚਿਹਰੇ ਵੱਲ ਤੱਕਦੇ ਨੇ, ਕਿਉਂਕਿ ਬੱਚੇ ਦਾ ਇੱਕ ਸੁਭਾਅ ਹੁੰਦਾ ਹੈ, ਯਾਦ ਰੱਖਿਓ, ਜਿਹਨੂੰ ਬੱਚੇ ਬੜਾ ਪਿਆਰ ਕਰਨ, ਜਿਸ ਦਿਨ ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਡੁੱਲਣ ਤੇ ਬੱਚਿਆਂ ਦਾ ਦਿਲ ਡੋਲ ਜਾਂਦਾ ਹੈ। ਛੋਟੇ ਛੋਟੇ ਬੱਚੇ ਕਿਤੇ ਪਿਤਾ ਦੀ ਅੱਖ ਵਿੱਚ ਹੰਝੂ ਆ ਜੇ ਤੇ ਉਹਦਾ ਮੂੰਹ ਪਲੋਸ ਕੇ ਪੁੱਛਣਗੇ, ਕੀ ਗੱਲ ਤੁਸੀਂ ਤਾਂ ਸਾਨੂੰ ਚੁੱਪ ਕਰਾਉਂਦੇ, ਅੱਜ ਤੁਹਾਡੀਆਂ ਅੱਖਾਂ ਵਿੱਚ ਅਥਰੂ ਕਿਉਂ? ਸਾਡਾ ਇਤਿਹਾਸ ਦੱਸਦਾ, ਜਦੋਂ ਮਾਂ ਗੁਜਰੀ ਉਹ ਸਾਰਾ ਸੀਨ ਅੱਜ ਅੱਖਾਂ ਕਿਉਂ ਘੁੰਮਦਾ ਪਿਆ ਹੈ। ਕਦੇ ਉਹ ਵੀ ਦਿਨ ਸਨ ਜਿੱਦਣ ਬਾਬਾ ਲਾਲ ਚੰਦ ਦੀ ਇਹ ਲਾਡਲੀ ਧੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਹੁੰ ਬਣ ਕੇ, ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਬਣ ਕੇ ਗੁਰੂ ਘਰ ਵਿੱਚ ਕਦਮ ਰੱਖਿਆ ਸੀ। ਤੇ ਲਾਲ ਚੰਦ ਜੀ ਜਦੋਂ ਆਪਣੀ ਬੇਟੀ ਦੀ ਡੋਲੀ ਅਦਾ ਕਰਨ ਲੱਗੇ ਸੀ, ਖਿਆਲ ਰੱਖਿਓ ਉਦੋਂ ਬਾਲ ਵਿਆਹ ਪ੍ਰਚਲਿਤ ਸੀ, ਤੇ ਮਾਂ ਗੁਜਰੀ ਜੀ ਨੂੰ ਚੁੱਕ ਕੇ ਲਿਆ ਕੇ ਡੋਲੀ ਵਿੱਚ ਬਿਠਾ ਕੇ ਤੇ 6ਵੇਂ ਪਾਤਸ਼ਾਹ ਦੇ ਚਰਨ ਛੂੰਹਦਿਆਂ ਬਚਨ ਕਹੇ, ਸਤਿਗੁਰੂ ਆਪ ਜੀ ਮੀਰੀ ਪੀਰੀ ਦੇ ਮਾਲਕ ਹੋ, ਸੱਚਾਈ ਇਹ ਹੈ ਮੈਂ ਗੁਰੂ ਘਰ ਦੀ ਸੇਵਾ ਨਹੀਂ ਕਰ ਸਕਿਆ। ਤੁਸੀਂ ਤਾਂ ਬੜੇ ਉੱਚੇ, ਸਾਨੂੰ ਤੇ ਭਰੋਸਾ ਹੀ ਨਹੀਂ ਸੀ ਸਾਡਾ ਰਿਸ਼ਤਾ ਇਸ ਗੁਰੂ ਘਰ ਨਾਲ ਬਣੇਗਾ। 6ਵੇਂ ਪਾਤਸ਼ਾਹ ਨੇ ਅਸ਼ੋਪਲੇ ਜੇ ਦੋਵੇਂ ਹੱਥਾਂ ਤੋਂ ਚੁੱਕ ਕੇ ਗਲਵਕੜੀ ਪਾਉਂਦਿਆਂ ਸ਼ਬਦ ਕਹੇ ਸਨ। ਕਹਿਣ ਲੱਗੇ, ਲਾਲ ਚੰਦ ਜੀ, ਜਿਨ ਤਨੀਆਂ ਆਪਣੀ ਦੀਨੰਗ ਤਿਨ ਪਾਛੇ ਕਿਆ ਰੱਖ ਲੀਨਸ। ਜਿਨੇ ਆਪਣੇ ਜਿਗਰ ਦਾ ਟੁਕੜਾ ਸਾਡੇ ਪੁੱਤਰ ਦੇ ਲੜ ਲਾ ਦਿੱਤਾ, ਪਿੱਛੇ ਰਹਿ ਕੀ ਗਿਆ? ਦੇਣ ਵਾਲਾ ਤੇ ਹਮੇਸ਼ਾ ਵੱਡਾ ਹੁੰਦਾ ਹੈ, ਦਾਨੀ ਵੱਡਾ ਹੁੰਦਾ ਹੈ, ਲੈਣ ਵਾਲਾ ਛੋਟਾ ਹੁੰਦਾ ਹੈ। ਕਦੀ ਇਹ ਸ਼ਬਦ ਨਹੀਂ ਕਹਿਣੇ ਵੀ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ। ਉਹ ਇੰਨਾ ਸ਼ੁਕਰ ਵਿੱਚ ਜੁੜ ਗਿਆ ਬਾਬਾ ਲਾਲ ਚੰਦ ਵੀ ਸ਼ੁਕਰ ਹੈ ਸਾਡਾ ਗੁਰੂ ਘਰ ਦੇ ਨਾਲ ਰਿਸ਼ਤਾ ਬਣਿਆ ਹੈ। ਇੱਥੇ ਇੱਕ ਹੋਰ ਬੜੀ ਪਿਆਰੀ ਘਟਨਾ ਵਾਪਰਦੀ ਹੈ। ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਦੇ ਸੁਆਮੀ ਜੀ, ਪਤੀ ਜੀ, ਉਹ ਇੱਕ ਦਿਨ ਘਰ ਦੇ ਵਿਹੜੇ ਵਿੱਚ ਬੈਠੇ ਸਨ ਤੇ ਕਹਿਣ ਲੱਗੇ, ਨਾਨਕੀ ਤੇਰਾ ਘਰ ਕਿੱਡਾ ਭਾਗਾਂ ਵਾਲਾ ਹੈ, ਤੇਰੇ ਮਾਂ ਬਾਪ ਕਿੰਨੇ ਕਰਮਾਂ ਵਾਲੇ ਨੇ, ਗੁਰੂ ਨਾਨਕ ਦਾ ਆਗਮਨ ਤੁਹਾਡੇ ਘਰ ਵਿੱਚ ਹੋਇਆ ਹੈ।
ਤੂੰ ਕਿੰਨੀ ਭਾਗਾਂ ਵਾਲੀ ਏ, ਤੈਨੂੰ ਭੈਣ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੋ ਕੁ ਬਚਨ ਕਹਿ ਕੇ ਚੁੱਪ ਕਰ ਗਏ। ਫਿਰ ਹੌਲੀ ਜੀ ਬੋਲ ਕੇ ਕਹਿੰਦੇ, ਥੋੜੇ ਜੇ ਅਸੀਂ ਵੀ ਭਾਗਾਂ ਵਾਲੇ ਆ, ਸਾਡਾ ਤੁਹਾਡੇ ਘਰ ਦੇ ਨਾਲ ਰਿਸ਼ਤਾ ਬਣ ਗਿਆ। ਮਾਂ ਗੁਜਰੀ ਸੀਨਾ ਦੁੱਖਾਂ ਦੇ ਨਾਲ ਭਰਿਆ ਪਿਆ, ਮਨ ਦੇ ਵਿੱਚ ਸੋਚ ਰਹੀ ਸੀ, ਜਦੋਂ ਲੜ ਲੱਗ ਕੇ ਆਈ ਸੀ ਤੇ ਸ਼ਹਿਨਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਘਰ ਵਿੱਚ ਹਰ ਇੱਕ ਸੁੱਖ ਮਾਣਿਆ, ਹਰ ਇੱਕ ਦੌਲਤ ਦੁਨੀਆ ਦੀ ਉਹਨਾਂ ਨੇ ਮੇਰੀ ਝੋਲੀ ਦੇ ਵਿੱਚ ਪਾਈ। ਮੈਂ ਕਰਤਾਰਪੁਰ ਦੀ ਜੰਗ ਦੇਖੀ, ਆਪਣੇ ਸ਼ੌਹਰ ਨੂੰ ਲੜਦਿਆਂ ਦੇਖਿਆ, ਆਪਣੇ ਪਤੀ ਨੂੰ ਲੜਦਿਆਂ ਦੇਖਿਆ। ਕੀਰਤਪੁਰ ਸਾਹਿਬ ਦੀ ਧਰਤੀ ਤੇ ਮੈਂ ਛੇਵੇਂ ਮਾਲਕ ਨੂੰ ਜੋਤੀ ਜੋਤ ਸਮਾਉਂਦਿਆਂ ਦੇਖਿਆ। ਮੇਰੀਆਂ ਅੱਖਾਂ ਅੱਗੇ ਉਹ ਵੀ ਦਿਨ ਆਏ ਜਦੋਂ ਮੇਰਾ ਪਤੀ ਗੁਰੂ ਰੂਪ ਭੋਰੇ ਅੰਦਰ ਬੈਠ ਕੇ ਉਸ ਅਕਾਲ ਦੀ ਭਗਤੀ ਵਿੱਚ ਜੁੜਿਆ ਹੁੰਦਾ ਸੀ। ਮੈਂ ਤਾਂ ਕੋਈ ਵੀ ਮੰਗ ਨਹੀਂ ਸੀ ਰੱਖੀ, ਸਾਰਾ ਦਿਨ ਭੋਰੇ ਅੱਗੇ ਬੈਠ ਕੇ ਉਹਦਾ ਹੁਕਮ ਮੰਨਦੀ ਸੀ। ਮੈਂ ਉਹ ਵੀ ਦਿਨ ਦੇਖੇ, ਮੈਂ ਉਹ ਵੀ ਗਰੀਬੀ ਦੀਆਂ ਰਾਤਾਂ ਕੱਟੀਆਂ ਜਿਸ ਦਿਨ ਮੇਰਾ ਮਾਲਕ ਤੁੱਠਾ ਮੇਰੇ ਘਰ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਤੇ ਭਿਟਾਵਾਂ ਦੇ ਢੇਰ ਲੱਗੇ। ਮਾਇਆ ਦੇ ਆਉਣ ਤੇ ਜਿਹੜਾ ਕਲੇਸ਼ ਪਿਆ, ਗੋਲੀ ਚੱਲੀ, ਮੈਂ ਉਹ ਵੀ ਦਿਨ ਦੇਖੇ ਨੇ। ਮਾਂ ਗੁਜਰੀ, ਤੇਰਾ ਹਿਰਦਾ ਕਿੰਨਾ ਕੁ ਅਡੋਲ ਹੈ, ਕਿਉਂਕਿ ਆਪਾਂ ਐਤਵਾਰ ਤੱਕ ਇਹ ਸਾਰਾ ਇਤਿਹਾਸ ਮੁਕੰਮਲ ਕਰਨਾ ਹੈ। ਉਹ ਮਹਾਨ ਸ਼ਖਸੀਅਤ ਜਿੱਥੇ ਗੁਰੂ ਪੁੱਤਰਾਂ ਦੀ ਵਡਿਆਈ ਕਰਨੀ ਹੈ, ਉਹ ਗੁਰੂ ਪੁੱਤਰਾਂ ਨੂੰ ਇੰਨੇ ਉੱਚੇ ਚੁੱਕਣ ਵਾਲੀ ਮਾਂ ਗੁਜਰੀ ਦਾ ਜੀਵਨ ਤੱਕੋ। ਹਰ ਇੱਕ ਘਟਨਾ ਪਈ ਵਾਪਰਦੀ ਏ ਸੀਨੇ ਉੱਤੇ, ਪਰ ਸ਼ੁਕਰ ਦੇ ਵਿੱਚ, ਹਰ ਵਕਤ ਸ਼ੁਕਰ ਦੇ ਵਿੱਚ। ਮਾਂ ਗੁਜਰੀ ਪਟਨੇ ਸਾਹਿਬ ਦੀ ਧਰਤੀ ਦਾ ਆਨੰਦ ਦੇਖਿਆ, ਪਾਉਂਟਾ ਸਾਹਿਬ ਦੀ ਧਰਤੀ ਦੀਆਂ ਉਹ ਬਹਾਰਾਂ ਤੱਕੀਆਂ ਨੇ ਜਦੋਂ 52 ਕਵੀਆਂ ਦਾ ਦਰਬਾਰ ਸਜਦਾ ਹੈ ਤੇ ਮਾਤਾ ਗੁਜਰੀ ਦਾ ਸ਼ਹਿਨਸ਼ਾਹ ਤਖਤ ਉੱਤੇ ਬੈਠਦਾ ਹੈ। ਉਹ ਪਰਿਵਾਰ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਦਾ ਪਰਿਵਾਰ ਘੁੱਗ ਵਸਦਾ ਹੈ, ਧੀਆਂ ਵਰਗੀਆਂ ਨੌਵਾਂ ਮਾਂ ਨੂੰ ਪੈਰ ਨਹੀਂ ਥੱਲੇ ਲਾਉਣ ਦਿੰਦੀਆਂ, ਹਰ ਇੱਕ ਵਕਤ ਹੁਕਮ ਵਿੱਚ ਰਹਿੰਦੀਆਂ ਨੇ। ਮਾਂ ਗੁਜਰੀ ਨੇ ਉਹ ਵੀ ਆਨੰਦ ਦੇਖਿਆ। ਅੱਜ ਸਮੇਂ ਨੇ ਐਸੀ ਕਰਵਟ ਵੱਜੀ, ਉਹ ਵੀ ਸਮਾਂ ਆਇਆ ਹੈ। ਆਨੰਦਪੁਰ ਦੀ ਮਾਲਕਣ ਮਾਂ ਗੁਜਰੀ, ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਮਾਂ ਗੁਜਰੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੁਪਤਨੀ ਮਾਤਾ ਗੁਜਰੀ ਅੱਜ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਰਾਤ ਕੱਟ ਕੇ ਅੱਜ 7 ਪੋਹ ਦੀ ਰਾਤ ਨੂੰ ਗੰਗੂ ਦੇ ਘਰ ਵਿੱਚ ਬੈਠੇ ਨੇ ਤੇ ਹਿੱਕ ਦੇ ਨਾਲ ਦੋਵੇਂ ਸਾਹਿਬਜ਼ਾਦਿਆਂ ਨੂੰ ਲਾਇਆ। ਤੇ ਬੱਚਿਆਂ ਦਾ ਇੱਕ ਸੁਭਾਅ ਹੁੰਦਾ ਹੈ, ਜੋ ਕੁਝ ਵੀ ਅੱਖਾਂ ਨਾਲ ਦੇਖਦੇ ਨੇ ਬਾਅਦ ਚ ਵੱਡਿਆਂ ਨੂੰ ਪੁੱਛਦੇ ਜ਼ਰੂਰ ਨੇ, ਇਹ ਜਿਹੜੀ ਤੁਸੀਂ ਕੰਨਾਂ ਵਿੱਚ ਘੁਸਰ ਮੁਸਰ ਕਰਦੇ ਸੀ, ਕੀ ਗੱਲ ਕੀ ਹੈ, ਪਰਿਵਾਰ ਵਿੱਚ ਕੀ ਹੁੰਦਾ ਪਿਆ ਹੈ। ਬੜੀ ਤੀਬਰਤਾ ਨਾਲ ਬੱਚਿਆਂ ਦਾ ਸਵਾਲ ਸੀ। ਤੇ ਮਾਤਾ ਗੁਜਰੀ ਨੂੰ ਬਾਬਾ ਜੋਰਾਵਰ ਸਿੰਘ ਬੜੇ ਪਿਆਰ ਨਾਲ ਚਿਹਰੇ ਨੂੰ ਪਲੋਸਦਿਆਂ ਪੁੱਛਦਾ ਹੈ, ਮਾਤਾ ਜੀ ਤੁਸੀਂ ਕਿਉਂ ਇੰਨੇ ਗੰਭੀਰ ਹੋ, ਕਿਉਂ ਇੰਨੇ ਫਿਕਰ ਦੇ ਵਿੱਚ ਹੋ, ਕਾਰਨ ਕੀ, ਪਿਤਾ ਜੀ ਕਿੱਧਰ ਚਲੇ ਗਏ ਨੇ, ਸਾਡੀਆਂ ਮਾਤਾਵਾਂ ਸਾਨੂੰ ਨਜ਼ਰ ਨਹੀਂ ਆ ਰਹੀਆਂ, ਸਾਡਾ ਪਰਿਵਾਰ ਕਿੱਥੇ ਚਲੇ ਗਿਆ ਹੈ। ਉਹ ਭਾਈ ਆਲਮ ਸਿੰਘ ਨੱਚਣਾ ਕਿੱਧਰ ਗਿਆ, ਜਿਹੜਾ ਘੋੜੇ ਬਣ ਕੇ ਸਾਹਿਬਜ਼ਾਦਿਆਂ ਨੂੰ ਖੜਾਉਂਦਾ ਹੁੰਦਾ ਸੀਗਾ, ਬਾਬਾ ਫਤਿਹ ਸਿੰਘ ਨੂੰ ਹੂਟੇ ਦਿੰਦਾ ਹੁੰਦਾ ਸੀ, ਉਹ ਕਿੱਥੇ ਗਏ ਨੇ ਪਿਆਰੇ ਸਿੰਘ ਸਾਰੇ। ਮਾਂ ਗੁਜਰੀ ਦੇ ਕੋਲ ਬੱਚਿਆਂ ਦੇ ਸਵਾਲਾਂ ਦਾ ਜਵਾਬ ਕੋਈ ਨਹੀਂ ਸੀ, ਕਿਉਂਕਿ ਇਹ ਇਤਿਹਾਸ ਜਿਹੜਾ ਆਰੰਭ ਹੋ ਚੁੱਕਾ ਸੀ, ਅਜੇ ਇਹਦੀ ਅਖੀਰ ਨਹੀਂ ਲੱਭਦੀ ਪਈ ਸੀ ਕਿ ਇਹਨਾਂ ਹਾਲਾਤਾਂ ਨੇ ਅਜੇ ਕਿੱਥੇ ਜਾ ਕੇ ਸਿਮਟਣਾ ਹੈ। ਉੱਥੇ ਜੋਗੀ ਬੜੇ ਦਰਦ ਭਰੇ ਸ਼ਬਦ ਕਹਿੰਦਾ ਹੈ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, ਦਰਿਆ पे हमको छोड़ के राही किधर गए। ਆਪਣੀਆਂ ਫੌਜਾਂ ਕਿੱਥੇ ਚਲ ਗਈਆਂ ਜਿਹੜੀਆਂ ਸਾਨੂੰ ਪੈਰ ਨਹੀਂ ਸੀ ਭੁੰਜੇ ਰੱਖਣ ਦਿੰਦੀਆਂ। ਉਹ ਸਿੰਘ ਕਿੱਥੇ ਗਏ ਜਿਹੜੇ ਹਰ ਵਕਤ ਸਾਨੂੰ ਖੜਾਉਂਦੇ ਸੀ, ਸਾਨੂੰ ਪੈਰ ਨਹੀਂ ਸੀ ਥੱਲੇ ਰੱਖਣ ਦਿੰਦੇ। ਅੱਜ ਸਾਡੇ ਪੈਰਾਂ ਦੇ ਵਿੱਚੋਂ ਖੂਨ ਨਿਕਲਦਾ ਪਿਆ ਹੈ, ਭੁੱਖ ਦੇ ਨਾਲ ਫਤਿਹ ਸਿੰਘ ਤੜਫਦਾ ਪਿਆ ਹੈ, ਉਹ ਸਾਡੇ ਸਿਪਾਹੀ ਕਿੱਧਰ ਚਲੇ ਗਏ।
दरिया पे हमको छोड़ के राही किधर गए, अब्बा बगा के लश्करे शाही किधर गए, सूरते माही हाय तड़फा के किधर गए। नाल गिला करते ने भाई भी हमको भूल गए जाओ के जंग में। अजीत सिंह कदे बाबा फतेह सिंह दा विसाह नहीं सी खांदा, हर वक्त पुछदा रहिंदा सी ਸਿੰਘਾਂ को किथे मेरा छोटा भरा। जदों बाहरों आउणा आउंदियां कुछड़ चुक लैना, कहने लगे अज अजीत सिंह नूं ख्याल नहीं फतेह सिंह दा। भाई भी हमको भूल गए जाओ के जंग में, अपना ख्याल तक नहीं जाओ के तुफंग में। अपनियां दा ही अज ख्याल नहीं, असीं इत्थे मां दे कोल बैठे आ, भरावां दा पता ही नहीं कित्थे चले गए ने, सानू कलियां नूं छड्ड गए ने। अज ये बच्चे सवाल आप एक दूसरे नाल करदे पए सन। जोरावर सिंह ने जदों इन्नी गल कही, फतेह सिंह कहन लगा सच्चाई ये है जदों हुण अजीत सिंह आके मैनूं चुकेगा तो मैं उहदे कुछड़ कोई नहीं चढ़ना। अज मैनूं किन्ना चिर हो गया, अज सवेर दा नहीं मैनूं दिसिया, मेरे कोल नहीं आया। जोगी कहंदा उस नन्हे जे मासूम दे विचार पढ़ के देखो। वो बचन कहंदा है मां नूं अपने वड्डे भरा नूं कि जब रण अजीत जीत के तशरीफ लाएंगे। मैनूं पता है मेरा भरा, मैं सरसा दे किनारे जंग करदा देखिया सी, जदों जित के आऊगा ना हार दा ते फुरना भी नहीं बनदा सिख दे अंदर भी असीं हार भी जावांगे किधरियों। छोटा जिहा फतेह बाबा फतेह सिंह ये शब्द कहंदा है मेरे वड्डे भरा, अज उन्हां भुला ते दिता है सानू, पर जदों जंग जित के वापस आउणगे अब्बा के गड़ी साथ जिस गड़ी जो जुझार आएंगे, दोवें आउणगे ना जदों पिता दे सज्जे ते खब्बे घोड़ियां ते चढ़ के नाल आउणगे, करके गिला हर एक से हम रूठ जाएंगे। आपां रुस जाना है उन्हां दे नाल, आपां बोलना ही कोई नहीं। माता कभी पिता कभी भाई मनाएंगे। मतावां आण के फिर सानू चुकण गियां मनाउणगियां, बच्चियां दा ख्याल है। कोई पता नहीं की हुंदा पिया सरसा दे किनारे ते, पता भी नहीं इन्ना भी वड्डे तां शहीदियां भी प्राप्त कर गए ने। कहंदे माता कभी पिता कभी भाई मनाएंगे, हमको गले लगा के वो कहेंगे बार बार मन जाओ, लेकिन हम नहीं मानेंगे जीन हार, आपां मनना ही कोई नहीं। ते बाबा जोरावर सिंह कहन लगे फतेह सिंह इन्ना गुस्सा कि जदों मातावां चुक के गले नाल लाउणगियां तू बोलेगा नहीं, जदों गुरु गोबिंद सिंह तैनूं कुछड़ चुकणगे तू पिता दे नाल बोलेगा नहीं। फतेह सिंह कहंदा बोलांगे जरूर, पर मेरे भरावा मेरी एक गल याद रखी, इकरार लेंगे सबसे बुलाना ना फिर कभी। असी दावा वादा कराउणा इस बार सारे परिवार कोलों, सानू भुला ही दिता है तुसी सरसा दे कंडे ते। इकरार लेंगे सबसे बुलाना ना फिर कभी, बार दिगर छोड़ के सताना ना फिर कभी। सानू कलियां नूं छड्ड के दोबारा तो नहीं इस तरह सताओगे। तुहानू पता नहीं असी सवेर दे भुखे भाणे नंगे पैरी तुरदे पए आ। फतेह सिंह कहंदा पता नहीं अजीत सिंह नूं मां गुजरी बुढ़ी है, सवेर दी तुरदी पई, उन्हां नूं किसे नूं फिकर नहीं। बच्चे बड़े सियाणे हुंदे ने, बड़ी गहराई नाल सोचदे ने। साडे बाबे ने इकरार लेंगे सबसे बुलाना ना फिर कभी, बार दिगर छोड़ के सताना ना फिर कभी। हम कह देते हैं यूं रुलाना ना फिर कभी। बच्चों की गुफ्तगू सुनी जो दादी जान ने, बेअख्तियार रो दिया उस वाला शान ने। मां गुजरी जानदी सी बच्चिओ किहो जे सुपने लैंदे पए हो। जिन्ना मुलखैया तुहाडे पिता दे पिछे लगा है, करतार भली करे, पता नहीं परिवार किहड़ी मुसीबत दे विच होएगा। तुसीं तां मां दी गल वकड़ी नूं उड़ीकदे पए हो। पता नहीं मावां ने दोबारा कदे तुहाडे सिर ते प्यार देना कि नहीं देना। ਉਹ ਧੰਨ ਮਾਤਾ ਗੁਜਰੀ ਆਪਣੇ ਪੁੱਤਰਾਂ ਨੂੰ ਗੰਗੂ ਦੇ ਘਰ ਵਿੱਚ ਲੈ ਕੇ ਬੈਠੀ ਏ। ਸਮੇਂ ਅਨੁਸਾਰ ਸਮਾਪਤੀ ਏ। ਕੋਸ਼ਿਸ਼ ਕਰਾਂਗੇ ਕੱਲ ਥੋੜਾ ਜਿਹਾ ਵਧੇਰੇ ਸਮਾਂ ਹਜੂਰ ਦੇ ਪਰਿਵਾਰ ਦੇ ਦਰਦ ਨੂੰ ਮਹਿਸੂਸ ਕਰਨ ਦਾ ਯਤਨ ਕਰਾਂਗੇ। ਦਾਸ ਦੀ ਬੇਨਤੀ ਹੈ, ਆਓ ਉਹਨਾਂ ਦੇ ਦਰਦ ਨੂੰ ਪਛਾਣੀਏ, ਡੁੱਲੇ ਹੋਏ ਖੂਨ ਨੂੰ ਵਿਅਰਥ ਨਾ ਕਰੀਏ।
ਅਮਰਧਾਰੀ ਹੋ ਕੇ, ਕੇਸਾਧਾਰੀ ਹੋ ਕੇ ਆਪਣੇ ਗੁਰੂ ਦੇ ਲੜ ਲੱਗੀਏ। ਉਹਨਾਂ ਸਾਹਿਬਜ਼ਾਦਿਆਂ ਦੇ ਸਰੂਪ ਨੂੰ ਪਹਿਚਾਣੀਏ, ਉਹਨੂੰ ਧਾਰਨ ਕਰੀਏ, ਆਪਣੇ ਬੱਚਿਆਂ ਨੂੰ ਦਸੀਏ ਸਾਡਾ ਪਿਛੋਕੜ ਕੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲ ਚੁੱਕਦੀ ਖਿਮਾ। ਆਓ ਬੜੇ ਪਿਆਰ ਨਾਲ ਸਤਿਕਾਰਯੋਗ ਢਾਡੀ ਸਿੰਘਾਂ ਦੀ ਰਸਨਾ ਤੋਂ ਵੀਰ ਰਸ ਦੇ ਰਾਹੀਂ ਗੁਰੂ ਉਪਮਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।